Lord, hallelujah. So, जिन्हें भैन भरा सानू लाइव मीटिंग च वेख रहे हैं, ਅਸੀਂ ਸਭ ਭੈਣ ਭਰਾਵਾਂ ਨੂੰ ਚੈਨ ਸਿਰੀ ਆਖਦੇ ਹਾਂ। ਪਰਮੇਸ਼ਰ ਤੁਹਾਨੂੰ ਸਭਨਾਂ ਨੂੰ ਬਹੁਤ ਸਾਰੀ ਬਰਕਤ ਦੇਵੇ। ਉਸ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਦਿਨ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੰਘ ਜਾਏ ਉਹ 100 ਦਿਨਾਂ ਤੋਂ ਵੀ ਚੰਗਾ ਹੈ, ਉਹ 1000 ਦਿਨਾਂ ਨਾਲੋਂ ਵੀ ਚੰਗਾ। ਹਾਲੇਲੂਇਆ। ਸੋ ਜਿੰਨੇ ਭੈਣ ਭਰਾ ਅੱਜ ਦੇ ਦਿਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਨੇ, ਜੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਬੰਦਗੀ ਨੂੰ ਵੇਖਣ ਵਾਲੇ ਨੇ, ਜੋ ਵੇਖ ਰਹੇ ਨੇ, ਅਸੀਂ ਤੁਹਾਡਾ ਸਭ ਦਾ ਇਟਰਨਲ ਲਾਈਫ ਚਰਚ ਦੇ ਵੱਲੋਂ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਸੋ ਆइए ਅਸੀਂ ਆਪਣਾ ਅੱਖਾਂ ਨੂੰ ਬੰਦ ਕਰਾਂਗੇ ਔਰ ਦੁਆ ਦੇ ਵਿੱਚ ਜਾਵਾਂਗੇ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਆਪਣੇ ਅੱਖਾਂ ਨੂੰ ਬੰਦ ਕਰਕੇ ਅਸੀਂ ਅੱਜ ਦੀ ਪ੍ਰੇਅਰ ਮੀਟਿੰਗ ਦੇ ਵਿੱਚ ਜਾਵਾਂਗੇ। ਸਟਾਰਟਿੰਗ ਪ੍ਰੇਅਰ ਕਰਾਂਗੇ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਕੇ। ਹਾਲੇਲੂਇਆ, ਹਾਲੇਲੂਇਆ। ਆਪਣੇ ਤੁਹਾਨੂੰ ਉਠਾ ਕੇ ਜਿੰਨੇ ਭੈਣ ਭਰਾ ਘਰਾਂ ਦੇ ਵਿੱਚ ਬੈਠੇ ਹੋਏ ਨੇ, ਆਪਣੇ ਅੱਖਾਂ ਨੂੰ ਉਠਾਈਏ ਔਰ ਅਸੀਂ ਸਟਾਰਟਿੰਗ ਪ੍ਰੇਅਰ ਦੇ ਵਿੱਚ ਜਾਣਾ ਹੈ। ਹਾਲੇਲੂਇਆ, ਥੈਂਕ ਯੂ ਜੀਸਸ। ਸੋ ਅਸੀਂ ਸਿਸਟਰ ਸਲੀਨਾ ਦੇ ਨਾਲ ਮਿਲ ਕੇ ਅਸੀਂ ਸਟਾਰਟਿੰਗ ਪ੍ਰੇਅਰ ਦੇ ਵਿੱਚ ਜਾਣਾ ਹੈ। ਹਾਲੇਲੂਇਆ, 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 ਹਾਲੇਲੂਇਆ। Let's close our eyes and surrender everything in the holy hands of Jesus. आइए ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਔਰ ਸਭ ਕੁਝ ਅਸੀਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦੇਵਾਂਗੇ। So let us pray in the presence of the Lord. आइए ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। Oh Lord God Almighty, ओ सर्वशक्तिमान प्रभु परमेश्वर, who is sitting above the thrones in heaven, जो स्वर्ग ਦੇ ਵਿੱਚ ਵਿਰਾਜਮਾਨ ਹੈ, we your sons and daughters ਅਸੀਂ ਤੁਹਾਡੇ ਧੀਆਂ ਤੇ ਪੁੱਤਰ come into your most precious and marvelous presence. ਅਸੀਂ ਤੁਹਾਡੀ ਸਭ ਤੋਂ ਜ਼ਿਆਦਾ ਉੱਤਮ ਤੇ ਖਾਸ ਹਜ਼ੂਰੀ ਦੇ ਵਿੱਚ ਆਉਂਦੇ ਹਾਂ। We thank you for this day ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ that you have given us, ਜੋ ਤੁਸੀਂ ਸਾਨੂੰ ਦਿੱਤਾ ਹੈ। that your mercy is upon us ਤੁਹਾਡੀ ਦਇਆ ਸਾਡੇ ਉੱਤੇ ਹੈ and every well-being, ਔਰ ਹਰ ਇੱਕ ਜਾਨ ਦਿੱਤੇ ਹੈ। and also upon us that you have given us this opportunity ਤੁਸੀਂ ਸਾਨੂੰ ਇਹ ਅੱਜ ਦਾ ਮੌਕਾ ਦਿੱਤਾ ਹੈ to come into your presence. ਕਿ ਅਸੀਂ ਤੁਹਾਡੀ ਹਜ਼ੂਰੀ ਵਿੱਚ ਆ ਸਕੀਏ। So Father, as you have called us, ਇਸ ਲਈ ਪਿਤਾ ਜਿਸ ਤਰ੍ਹਾਂ ਤੁਸੀਂ ਸਾਨੂੰ ਬੁਲਾਇਆ ਹੈ, we surrender our everything, ਅਸੀਂ ਸਭ ਕੁਝ ਤੁਹਾਨੂੰ ਸੌਂਪਦੇ ਹਾਂ। whether it is our body, ਚਾਹੇ ਸਾਡਾ ਸਰੀਰ ਹੈ, our wisdom, ਸਾਡੀ ਬੁੱਧੀ ਹੈ, our heart, ਸਾਡਾ ਦਿਲ and our people. ਔਰ ਸਾਰੇ ਲੋਕ, Everything we surrender ਅਸੀਂ ਸਭ ਕੁਝ into your victorious hand, ਤੁਹਾਡੇ ਫਤਿਹਮੰਦ ਹੱਥ ਦੇ ਵਿੱਚ ਸੌਂਪਦੇ ਹਾਂ। as according Matthew 11:28, ਜਿਸ ਤਰ੍ਹਾਂ ਕਿ ਮੱਤੀ 11:28 ਵਿੱਚ ਲਿਖਿਆ ਹੈ, it is written, all ਔਰ ਇਹ ਲਿਖਿਆ ਹੋਇਆ ਹੈ, all who are weary and burdened, ਇਹ ਸਾਰੇ ਭਾਰ ਹੇਠ ਦੱਬੇ ਹੋਏ ਹੋ, ਥੱਕੇ ਹੋਏ ਹੋ, come to me and I will give you rest. ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। And today, Jesus, ਔਰ ਅੱਜ ਪਰਮੇਸ਼ਵਰ, we all the people come into your peace. ਅਸੀਂ ਅੱਜ ਤੁਹਾਡੀ ਸ਼ਾਂਤੀ ਦੇ ਵਿੱਚ ਆਉਂਦੇ ਹਾਂ। Let your grace, ਤੁਹਾਡਾ ਅਨੁਗ੍ਰਹਿ, great mercy, ਤੁਹਾਡੀ ਵੱਡੀ ਦਇਆ, and angel covers us. ਤੁਹਾਡੇ ਸਵਰਗਦੂਤ ਸਾਨੂੰ ਢੱਕ ਲੈਣ। Jesus, you are the kings of kings. ਯਿਸੂ ਮਸੀਹ, ਤੁਸੀਂ ਰਾਜਿਆਂ ਦੇ ਰਾਜੇ ਹੋ। You are the lords of lords. ਤੁਸੀਂ ਪ੍ਰਭੂਆਂ ਦੇ ਪ੍ਰਭੂ ਹੋ। You are the Alpha and Omega. ਤੁਸੀਂ ਅਲਫਾ ਤੇ ਓਮੇਗਾ ਹੋ। Who is, ਜੋ ਹੈ, who was, ਜੋ ਸੀ and who is to come. ਔਰ ਜੋ ਆਉਣ ਵਾਲਾ ਹੈ। So help us, Father, ਸੋ ਸਾਡੀ ਮਦਦ ਕਰੋ ਪਿਤਾ, during the worship, ਇਸ ਆਰਾਧਨਾ ਨੂੰ ਕਰਨ ਵਾਸਤੇ, because we are nothing without you. ਅਸੀਂ ਤੁਹਾਡੇ ਬਿਨਾਂ ਕੁਝ ਵੀ ਨਹੀਂ ਹਾਂ। And let your Holy Spirit lead us. ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ। Let your Holy Spirit guide us ਤੁਹਾਡਾ ਪਵਿੱਤਰ ਆਤਮਾ ਅੱਜ ਸਾਡੀ ਅਗਵਾਈ ਕਰੇ through all the service. ਪੂਰੀ ਬੰਦਗੀ ਦੇ ਵਿੱਚ। We surrender every musician, your servants, ਅਸੀਂ ਸਭ ਕੁਝ ਤੁਹਾਡੇ
ਤੁਹਾਡੇ ਸਾਥ ਵਜਾਉਣ ਵਾਲੇ ਤੁਹਾਡੇ ਸੇਵਾਦਾਰ, your man of God, ਪਰਮੇਸ਼ਰ ਤੁਹਾਡਾ ਦਾਸ, and your people ਔਰ ਅਸੀਂ ਸਾਰੀ ਕਲੀਸਿਆ ਨੂੰ into your most salvation giving hands. ਅਸੀਂ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹਾਂ। Father, let your will be done. ਜੇ ਪਰਮੇਸ਼ਰ ਤੁਹਾਡੀ ਮਰਜ਼ੀ ਪੂਰੀ ਹੋਵੇ, Let your will be done. ਤੁਹਾਡੀ ਮਰਜ਼ੀ ਪੂਰੀ ਹੋਵੇ। Guide us, O Father. ਸਾਡੀ ਅਗਵਾਈ ਕਰੋ ਪਿਤਾ, Guide us, O Father of Abraham, Isaac, Jacob. ਸਾਡੀ ਅਗਵਾਈ ਕਰੋ ਪਿਤਾ, ਉਹ ਪਰਮੇਸ਼ਰ ਜੋ ਅਬਰਾਹਮ, ਇਸਾਕ, ਯਾਕੂਬ ਦਾ ਪਰਮੇਸ਼ਰ Father, ਹੈ। lead us through everything, Father. ਪਰਮੇਸ਼ਰ ਤੁਸੀਂ ਸਾਡੀ ਮਦਦ ਕਰੋ, ਸਾਡੀ Let your ਅਗਵਾਈ grace ਕਰੋ। and mercy be upon us, Jesus. ਤੁਹਾਡਾ ਅਨੁਗ੍ਰਹਿ ਤੇ ਤੁਹਾਡੀ ਦਇਆ ਸਾਡੇ ਉੱਤੇ ਆਵੇ। And let your miracles be done today in my life. ਪਰਮੇਸ਼ਰ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਤੁਹਾਡੇ ਚਮਤਕਾਰ ਹੋਣ। And let your man of God be the one who has declared every blessing into my life. ਪਰਮੇਸ਼ਰ ਤੁਹਾਡਾ ਦਾਸ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਬਰਕਤ ਮੇਰੀ ਜ਼ਿੰਦਗੀ ਦੇ ਉੱਤੇ ਡਿਕਲੇਅਰ ਕਰੇ, ਮੈਂ ਉਹਨੂੰ ਗ੍ਰਹਿਣ ਕਰ ਸਕਾਂ। Lead us, O Jesus. ਪ੍ਰਭੂ ਯਿਸੂ ਮਸੀਹ ਸਾਡੀ ਅਗਵਾਈ ਕਰੋ। Amen. ਆਮੇਨ। Hallelujah. ਹਾਲੇਲੂਇਆ। So let us worship in the most beautiful presence of Lord. ਆइए ਅਸੀਂ ਹੁਣ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਅਸੀਂ ਆਰਾਧਨਾ ਕਰਾਂਗੇ। And that one thing we have to remember is that ਔਰ ਜਿਹੜੀ ਚੀਜ਼ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਉਹ ਇਹ ਹੈ that we should always close our eyes into the holy presence of Lord. ਕਿ ਜਦੋਂ ਅਸੀਂ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਹੁੰਦੇ ਹਾਂ, ਸਾਨੂੰ ਆਪਣੀਆਂ ਅੱਖਾਂ ਨੂੰ ਬੰਦ ਕਰਨਾ ਚਾਹੀਦਾ So ਹੈ that He can work through us. ਤਾਂ ਕਿ ਉਹ ਸਾਡੀ ਲਾਈਫ ਦੇ ਵਿੱਚ ਸਾਡੀ ਜ਼ਿੰਦਗੀ 'ਚ ਕੰਮ ਕਰ ਸਕੇ। Yes. So let us worship with Brother Anmol. ਆइए ਅਸੀਂ ਬ੍ਰਦਰ ਅਨਮੋਲ ਦੇ ਨਾਲ ਮਿਲ ਕੇ ਅਸੀਂ ਆਰਾਧਨਾ ਕਰਾਂਗੇ। ਹਾਲੇਲੂਇਆ। ਹਲਕਾਂ ਨੂੰ ਖੋਲਾ ਸੁਣੀ ਜਾਵਾਂ ਗੱਲਾਂ ਸੋਹਣੇ ਨਾਸ ਦੀਆਂ, ਸੁਣੀ ਜਾਵਾਂ ਗੱਲਾਂ ਸੋਹਣੇ ਨਾਸ ਦੀਆਂ, ਮੇਰਾ ਦਿਲ ਤੇਰੇ ਮੂੰਹ ਉੱਚੀ ਬੋਲਣਾ, ਰੱਬੀ ਮੇਰੇ ख्वाब ਵਿੱਚ ਅਸੂ ਆ ਗਏ, ਮੇਰਾ ਦਿਲ ਤੇਰੇ ਪਲਕਾਂ ਨੂੰ ਖੋਲ੍ਹਣਾ, ਰੱਬੀ ਮੇਰੇ ख्वाब ਵਿੱਚ ਅਸੂ ਆ ਗਏ, ਮੇਰਾ ਦਿਲ ਤੇਰੇ ਪਲਕਾਂ ਨੂੰ ਖੋਲ੍ਹਣਾ, ਰੱਬੀ ਮੇਰੇ ख्वाब ਵਿੱਚ ਅਸੂ ਆ ਗਏ, ਮੇਰਾ ਦਿਲ ਤੇਰੇ ਪਲਕਾਂ ਨੂੰ ਪਲਕਾਂ ਨੂੰ ਖੋਲ੍ਹਣਾ, ਰੱਬੀ ਮੇਰੇ ख्वाब ਵਿੱਚ ਯਿਸੂ ਆ ਗਏ, ਮੇਰਾ ਦਿਲ ਕਰੇ ਪਲਕਾਂ ਨੂੰ ਖੋਲ੍ਹਣਾ, ਰੱਬੀ ਮੇਰੇ ख्वाब ਵਿੱਚ ਯਿਸੂ ਆ ਗਏ, ਮੇਰਾ ਦਿਲ ਕਰੇ ਪਲਕਾਂ ਨੂੰ ਖੋਲ੍ਹਣਾ, ਰੱਬੀ ਮੇਰੇ ख्वाब ਵਿੱਚ ਯਿਸੂ ਆ ਗਏ, ਮੇਰਾ ਦਿਲ ਕਰੇ ਪਲਕਾਂ ਨੂੰ ਖੋਲ੍ਹਣਾ, ਹਾਂ ਸੁਣੀ ਜਾਵਾਂ ਗੱਲਾਂ ਸੋਹਣੇ ਨਾਸ ਦੀਆਂ, 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 ਮੇਰਾ ਦਿਲ ਕਰੇ ਮੂੰਹ
पलकों खोला राती तेरे ख्वाब विच यीशु आ गए मेरा दिल करे पलकों खोला राती मेरे ख्वाब विच यीशु आ गए मेरा दिल करे पलकों खोला राती मेरे ख्वाब विच यीशु आ गए मेरा दिल करे पलकों खोला दिल तेरी दासियों समा थम जावे एक एक पल भी ना मुकरे आवे दिल तेरी दासियों समा थम जावे एक एक पल भी ना मुकरे आवे दिल तेरी दासियों समा थम जावे एक एक पल भी ना मुकरे आवे दिल तेरी दासियों समा थम जावे एक एक पल भी ना मुकरे आवे तेरी दासियों समा थम जावे एक एक पल भी ना मुकरे आवे दिल तेरी दासियों समा थम जावे एक एक पल भी ना मुकरे आवे रवानासरी दे कदमां दे विच मेरा दिल तेरे पलकों खोलाना रवानासरी दे कदमां दे विच मेरा दिल करे पलकों खोलाना रवानासरी दे कदमां दे विच मेरा दिल करे पलकों रवानासरी दे कदमां दे विच मेरा दिल करे पलकों खोलाना सुनी जावा गल्लां सोने नासरी दिया 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 दिल करे मुँह कुछ बोलाना राती मेरे ख्वाब विच यीशु आ गए मेरा दिल करे पलकों खोलाना राती मेरे ख्वाब विच यीशु आ गए मेरा दिल करे पलकों खोलाना राती मेरे ख्वाब विच यीशु आ गए मेरा दिल करे पलकों खोलाना रात दा फिकर सी के मुक ही ना जावे इन्ना सोना ख्वाब किते टूट ही ना जावे रात दा फिकर सी के मुक ही ना जावे इन्ना सोना ख्वाब किते टूट ही ना जावे रात दा फिकर सी के मुक ही ना जावे इन्ना सोना ख्वाब किते टूट ही ना जावे रात दा फिकर सी के मुक ही ना जावे इन्ना सोना ख्वाब किते टूट ही ना जावे काश के उम्मीद मेरी हो जावे मेरा दिल करे पलकों खोलाना काश के उम्मीद पूरी हो जावे मेरा दिल करे पलकों खोलाना सुनी जावा गल्लां सोने नासरी दिया सुनी जावा गल्लां सोने नासरी दिया सुनी जावा गल्लां सोने नासरी दिया मेरे
मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना मेरे ख्वाब विच यीशु आ गए मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना सुनी जावां गल्लां सुने नासरी दियां मेरा दिल करे मुंह कुछ बोलाना सुनी जावां गल्लां सुने नासरी दियां मेरा दिल करे मुंह कुछ बोलाना सुनी जावां गल्लां सुने नासरी दियां मेरा दिल करे मुंह कुछ बोलाना सुनी जावां गल्लां सुने नासरी दियां मेरा दिल करे मुंह कुछ बोलाना मेरे ख्वाब विच यीशु आ गए मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना मेरे ख्वाब विच यीशु आ गए मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना सुनी जावां गल्लां सुने नासरी दियां मेरा दिल करे मुंह कुछ बोलाना सुनी जावां गल्लां सुने नासरी दियां मेरा दिल करे मुंह कुछ बोलाना राती मेरे ख्वाब विच यीशु आ गए मेरा दिल करे पलकां नूं खोलाना राती मेरे ख्वाब विच यीशु आ गए मेरा दिल करे पलकां नूं खोलाना 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 मेरा दिल मेरा दिल करे पलकां नूं खोलाना राती मेरे ख्वाब विच यीशु आ गए मेरा दिल सचमुच परमेश्वर ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਮੈਂ ਜੀਵਨ ਦੀ ਅਸਲੀ ਰੋਟੀ ਹਾਂ ਜੇਕਰ ਕੋਈ ਭੁੱਖਾ ਹੈ ਜੇਕਰ ਪਿਆਸਾ ਹੈ ਤਾਂ ਮੇਰੇ ਕੋਲ ਆਵੇ ਤਾਂ ਉਹ ਕਦੇ ਭੁੱਖਾ ਨਹੀਂ ਰਹੇਗਾ ਉਹ ਕਦੇ ਪਿਆਸਾ ਨਹੀਂ ਰਹੇਗਾ ਪਰਮੇਸ਼ਵਰ ਜਿਹਨੇ ਭੈਣ ਭਰਾ ਅੱਜ ਭੁੱਖ ਤੇ ਪਿਆਸ ਲੈ ਕੇ ਪ੍ਰਭੂ ਖੁਦਾ ਤੇਰੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਅੱਜ ਪ੍ਰਭੂ ਤੇਰਾ ਆਤਮਾ ਉਹਨਾਂ ਦੀ ਪਿਆਸ ਨੂੰ ਬੁਝਾ ਦੇ परमेश्वर आज जो तेरे दर्शन देखने प्रभु जी जो बीमार ने आज प्रभु खुदा तेरा आत्मा उन्होंने चंगिया करे परमेश्वर जो शैतान ते जकड़े हुए ने प्रभु आज तेरा छुटकारे वाला आत्मा उन्होंने छुटकारा दे परमेश्वर ओ जी ओ हालेलुया मेरा होरिया बाबा सोनी जावा गल्ला सोने नासरी दिया सोनी जावा गल्ला सोने नासरी दिया अपने दिल को खोलते हुए मेरा
राती मेरे पवित्र हजूरी ये पवित्र जिसे कोई सुन नहीं लेता ओ मेरा दिल खलकानो खलाना ले जावी मैनू भी अपने नाल जदों बदलाने आवेगा ले जावी मैनू भी अपने नाल जदों तू बदलाते आवेगा ले जावी मैनू भी अपने नाल जदों तू बदलाते आवेगा ले जावी मैनू भी अपने नाल जदों तू बदलाते आवेगा ले जावी मैनू भी अपने नाल जदों तू बदलाते आवेगा ले जावी मैनू भी अपने नाल जदों तू बदलाते आवेगा ले जावी मैनू भी अपने नाल जदों तू बदलाते आवेगा
किते तू भूल ना जावी मेरा जदों तू बदलने आवेगा किते तू भूल ना जावी मेरा जदों तू बदलते आवेगा लगावी मैनू दिया कनेरा जदों तू बदलने आवेगा लगावी मैनू भी अपने नाम जदों तू बदलते आवेगा कितने यीशु मसीह प्यार करते हैं आज अपने पैरों में खड़े हो जाओगे सभी हालेलुया ले जावी मैनू दिया कनेरा जदों तू बदलते आवेगा लगावी मैनू भी अपने नाम जदों तू बदलते आवेगा तारीफ करें जिंदा परमेश्वर के लिए हालेलुया ऊंची आवाज से हालेलुया 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 थैंक यू जीसस परमेश्वर ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਸਾਡੀ ਆਰਾਧਨਾ ਵਿੱਚ ਮਦਦ ਕੀਤੀ ਮੇਰੇ ਪ੍ਰਭੂ ਯਿਸੂ ਮਸੀਹ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਨੂੰ ਪ੍ਰਭੂ ਆਪਣੇ ਰੂਹ ਦੀ ਅਗਵਾਈ ਨਾਲ ਚਲਾਇਆ ਐ ਮੇਰੇ ਖੁਦਾ ਅਤੇ ਸਭ ਭੈਣ ਭਰਾਵਾਂ ਨੂੰ ਜਿਨੇ ਭੈਣ ਭਰਾ ਆਨਲਾਈਨ ਸਾਨੂੰ ਵੇਖ ਰਹੇ ਨੇ
सब भैन भरावां नूं प्रभु असीं तुहाडे हत्थां दे विच सौंपदे हां। परमेश्वर असीं तेरे दास नूं तुहाडे हत्थां दे विच सौंपदे हां खुदा। प्रभु यीशु मसीह जो आज का वचन है मेरे खुदा प्रभु तेरे वचन च लिखिया होया है इब्रानियां दे विच कि तुहाडा वचन दो धारी तलवार है। ऐ मेरे खुदावन यीशु नासरी आज तुहाडा वचन प्रभु यीशु मसीह जब तेरा दास करे तो वो नहीं प्रभु तुहाडा रूह बोले खुदावन। प्रभु यीशु मसीह जिन्हें भैन भरा आज का वचन सुनन तुहाडे नाम च आज दे वचन दे द्वारा बीमार चंगे हो जाण। प्रभु यीशु मसीह मेरे खुदा आज दे वचन दे द्वारा हर एक दुष्ट आत्मा प्रभु यीशु मसीह दे नाम च छड्ड के चली जाए। ऐ मेरे खुदा तुहाडा वचन मेरे परमेश्वर जिदा कहावतां दे विच लिखिया है कि तुहाडा वचन अनमोल है। तुहाडा वचन खुदा सोने चांदी नालों भी ज्यादा कीमती है। प्रभु यीशु मसीह जो इस कीमत नूं जानदे हन प्रभु जद इस वचनां नूं अपने अंदर ग्रहण करन अज परमेश्वर उन्हां दे हालात प्रभु तुहाडे नाम च बदल जाण। प्रभु यीशु मसीह खुदावंद तो क्या है कि मैं अपना वचन घल के अपने लोगों नूं चंगिया करदा हां। प्रभु यीशु मसीह अज खुदा तुसीं अपने लोगों दे नाल गल करना। प्रभु यीशु मसीह ऐ मेरे खुदावंद यीशु नासरी असीं तुहाडे दास नूं तुहाडे दास दी जुबान नूं तुहाडे हत्थां विच सौंपदे हां। प्रभु यीशु मसीह तुही अपने दास नूं परमेश्वर अपना माइक बनाओ खुदा अपना माउथ पीस बनाओ परमेश्वर। और मेरे खुदा आज प्रभु जो आत्मा दे नाल परमेश्वर हो के आत्मा दे विच हो के प्रभु तेरे वचन नूं रिसीव करन प्रभु ओ तेरे वचनां दी सामर्थ नाल भर जाण परमेश्वर। प्रभु यीशु मसीह तेरी आत्मा दे नाल भर जाण खुदावन तेरा वचन आज उन्हां नूं बल दे ताकत दे परमेश्वर। प्रभु यीशु मसीह खुदा ऐ मेरे पिता प्रभु मेरे खुदा हर एक बैरी की ताकत जो अज के वचन के खिलाफ है तुहाडे नाम दे विच असीं उस बैरी दीयां ताकतां नूं प्रभु तेरे नाम च कैंसल करदे हां परमेश्वर। प्रभु जी जिन्ने भैन भरा मेरे खुदा मेरे परमेश्वर इन्हां भैन भरावां दे गन्नां नूं इन्हां दी बुद्धियां नूं तुहाडे हत्थां विच सौंपदे हां। कोई चोर कोई परमेश्वर अंधकार की शक्ति अज का वचन इन्हां तो चुरा ना सके खुदा। प्रभु अज का वचन इन्हां दी लाइफ च 1000 गुना फल लेके आए। प्रभु यीशु मसीह मेरी ये दुआ सुनो ते कबूल। आमीन आमीन हालेलुया। आइए से अपने सीट से बैठांगे। हालेलुया। और असी परमेश्वर के दास पास्टर शुरू महाराज जी का स्वागत करते हैं। हालेलुया। सारे बहन भराओं जो ऑनलाइन है जो बैठे हुए हैं सारे कह सके खुदावन तुहानू बहुत सारी बरकत है। अज वो काफी महीनों के बाद असीं इकट्ठे हुए हैं इस जगह से भवन के विच और मैं विश्वास करना है कि अज भवन के विच आए हैं तो अज भवन के विचों तुसीं अज खाली जाओगे जिन्हें भी आए हो अज आशीषां ते बरकतां पा के जाओगे यीशु मसीह के नाम। आओ असीं वचन भी चाहते हैं और अज मैं वचन तुहानू पवित्र आत्मा के वसीले दसण वाला है बपतिस्मे दी। और मैं तो दसन चाहता है कि जो परमेश्वर है सारी दुनिया का मालिक जो पवित्र बाइबल में चाहिए यहोवा परमेश्वर कहते हैं और उन्होंने का प्यारा बेटा पवित्र बाइबल क्लियर करता उन्होंने एक प्यारा बेटा एक इकलौता पुत्र उसका नाम है यीशु मसीह और तीसरा नाम है पवित्र आत्मा और नाम का तीन है पवित्र आत्मा बाइबल में लेकिन तीनों नाम वक्को वक् है। कहने का मतलब पवित्र बाइबल में तीनों नाम वक्को वक् है और है एक ही है क्योंकि परमेश्वर एक ही है। हालेलुया। तो असी हुण देखना है पवित्र बाइबल में कि जो परमेश्वर देह धार के प्रभु यीशु मसीह के रूप के विच इस धरती के उत्ते आए तो उन्होंने साडी खातर दुख झेलिया और उन्होंने कुर्बानी भी दी
ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਅਸੀਂ ਗਲਾਤੀਆਂ 3:13 ਦੇ ਵਿੱਚ ਨਵਾਂ ਨੇ ਗਲਾਤੀਆਂ 3:13 ਸਾਰੇ ਪਵਿੱਤਰ ਬਾਈਬਲ ਨੂੰ ਖੋਲੋ ਜਿਨੇ ਵੀ ਆਨਲਾਈਨ ਵੀ ਦੇਖ ਰਹੇ ਆ ਜਿਹਨੇ ਬੈਠੇ ਹੋਏ ਆ ਸਾਰੇ ਗਲਾਤੀਆਂ 3:13 ਉਹਦੇ ਵਿੱਚ ਅਸੀਂ ਦੇਖਦੇ ਹਾਂ ਪਵਿੱਤਰ ਬਾਈਬਲ ਦਾ ਵਚਨ ਅੱਜ ਸਾਡੇ ਨਾਲ ਕਿਸ ਤਰ੍ਹਾਂ ਗੱਲ ਕਰਦਾ ਹੈ ਅੱਜ ਦੇਖਦੇ ਹਾਂ ਆਓ ਜੀ ਬੜੇ ਧਿਆਨ ਦੇ ਨਾਲ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਕਿਸੇ ਨੇ ਜਿੰਨੇ ਵੀ ਆਨਲਾਈਨ ਹੈ ਬੈਠੇ ਦੇਖ ਰਹੇ ਆ ਪੂਰੇ ਧਿਆਨ ਦੇ ਨਾਲ ਇਸ ਵਚਨ ਨੂੰ ਸੁਣੋਗੇ ਤਾਂ ਪਤਾ ਲੱਗੇਗਾ ਵਚਨ ਸਾਡੇ ਨਾਲ ਕੀ ਗੱਲ ਕਰ ਰਹੇ हैं और ये जल्दी करनी भाई हाँ जी गलातिया 3:13 है मसीह ने सानू मुल लैके शराब ते शराब तो छुड़ाया। हाँ जी सुना भाई प्रभु यीशु मसीह जी ने जो परमेश्वर प्रभु यीशु मसीह के रूप में धरती पे आए उन्होंने सानू शराब तो छुड़ाया है शरा की शरा शर्त जानी की जड़ी शराया धरती के उत्ते जो पाप है जो फैलिया हुआ है इस धरती में उस पाप को उस शरा को सानू छड़ाया है शरा शब्द यानी कि आगे देखते हैं हाँ जी इस करके जो वो साडे लिए शराब बनिया हाँ जी प्रभु यीशु जी ने शराब के शब्द को सानू छड़ा के सानू मुल खरीदा है और तुम पता जो मुल खरीदा शब्द आ रहा है तो वो मुल खरीदने का शब्द जरा है वो मैं तुम दसना चाहता है कि मुल देना पैदा है कोई चीज खरीदनी पैती ना वह मुल देना पैदा है और प्रभु यीशु जी ने भी यानी परमेश्वर ने भी साडा मुल दिता है की मुल दिता उन्होंने अपना पवित्र पाक लहू दे के एक कतरा कतरा लहू दे के मुल खरीदा है जिन्हें भी आज नेचावान है जिन्हें भी विश्वासी है प्रभु यीशु मसीह उत्ते नेचा करते हैं विश्वास करते हैं जेड़ा मन फरा लेते हैं इस धरती के उत्ते जेड़े पाप गुनाहां तो माड़े कमां तो वधिया बुराइयां तो तां ओह प्रभु यीशु मसीह के बच्चे बचाए जाते हैं यानी कि वह प्रभु यीशु के जो बपतिस्मा लेते हैं तो वह पवित्र वाक लहू के खरीदे हुए बच्चे गिने जाते हैं आज मैं तुम पवित्र बाइबल के राही मैं दसदा जावांगा हाँ जी देखते जाओ अपन 26 आज देखा नहीं हूँ हाँ जी गलातिया 3:26 है हाँ जी क्यों जो मसीह यीशु उत्ते नीचा करन करके तुसी सबे परमेश्वर दे पुत्र हो क्यों जो असी प्रभु यीशु मसीह उत्ते नेचा करके उस परमेश्वर दे असी धीया पुत्र बन गए हैं असी धीया पुत्र बन चुके हैं उस परमेश्वर दे यानी कि प्रभु यीशु मसीह उत्ते नेचा करके परमेश्वर के धीया पुत्र बन गए हैं हाँ जी क्यों जो तुसा जिन्निया ने मसीह विच बपतिस्मा लिया मसीह नू पहन लिया हाँ जी जिस तरह जिन्निया ने भी प्रभु यीशु मसीह का बपतिस्मा लेता है प्रभु यीशु मसीह के नाम में उन्होंने मसीह को पहन लिया है मसीह को किस तरह पहन लिया है जिस तरह असी पुराने कपड़े को उतार के पुराने सूट को उतार के नवा सूट पहन लेने इस तरह असी अपने प्रभु यीशु मसीह जी को पुरानी इंसानियत को ला दिता है पापा गुनाहां शराबा वाली जिंदगी को कपड़े की तरह उतार के ते प्रभु यीशु मसीह को पहन लेता है और जिहड़ा पहन पाई प्रभु यीशु मसीह जी को पहन लेता है ओदी जिंदगी जड़ी है वह बदल जाती है ओदा सुभाव बदल जाता है ओदा उठना बैठना लोना चलना फिरना तुरना सब बदल जाता है हालेलुया हाँ जी 27 आगे देखो 27 गलातिया गलातिया 3:27 है
क्यों जो तुसां जिन्हां ने मसीह विच बपतिस्मा लिया ਹਾਂਜੀ मसीह नूं पहन लिया। ਹਾਂਜੀ ਜਿਨ੍ਹਾਂ ਨੇ ਮਸੀਹ ਦੇ ਵਿੱਚ ਬਪਤਿਸਮਾ ਲਿੱਤਾ ਉਹਨਾਂ ਨੇ ਉਹਨੂੰ ਪਹਿਨ ਲਿਆ। ਅੱਜ ਅੱਗੇ 28 आए ना यहूदी ना यूनानी ना गुलाम ना आजाद ना नर ना नारी हो सकता है क्यों जो तुसी सबे मसीह यीशु विच इको ही हो। ਹਾਲੇਲੂਇਆ। ਕਹਿੰਦੇ ਕਿ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਕਿ ਜਿਹੜੀ ਮਰਜ਼ੀ ਕੌਮ ਦਾ ਹੋਵੇ ਇਨਸਾਨ ਜਦੋਂ ਉਹ ਧਰਤੀ ਦੇ ਉੱਤੇ ਮਨ ਫਰਾ ਕੇ ਪ੍ਰਭੂ ਯਿਸੂ ਮਸੀਹ ਵੱਲ ਆ ਜਾਂਦਾ ਹੈ ਤੇ ਪ੍ਰਭੂ ਯਿਸੂ ਮਸੀਹ ਦਾ ਬਪਤਿਸਮਾ ਲੈ ਲੈਂਦਾ ਹੈ ਪਾਪਾਂ ਗੁਨਾਹਾਂ ਨੂੰ ਛੱਡ ਕੇ, ਤਾਂ ਮੇਰੇ ਭੈਣੋ ਭਰਾਵੋ ਉਹ ਸਾਰੀ ਕੌਮਾਂ ਜਿਹੜੀਆਂ ਵਾ ਕੋਈ ਇੱਕ ਹੋ ਜਾਂਦੇ ਆ, ਭਾਵੇਂ ਜਿਹੜਾ ਮਰਜ਼ੀ ਕੌਮ ਦਾ ਹੋਵੇ ਇਨਸਾਨ। अब फिर दोबारा रिपीट करना है भाई। ना यहूदी ना यूनानी ना यहूदी ते ना यूनानी ना गुलाम ना आजाद ना गुलाम ते ना आजाद ना नर ना नारी ना नर ते ना नारी हो सकता है हो सकता है क्यों जो तुसी सबे क्यों जो तुसी सारे मसीह यीशु विच इको ही हो। ਮਸੀਹ ਯਿਸੂ ਮਸੀਹ ਦੇ ਵਿੱਚ ਤੁਸੀਂ ਸਾਰੇ ਇੱਕੋ ਹੀ ਹੋ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਆ ਜਾਤ ਹੈ ਤੇ ਸਾਡੀ ਉਹ ਜਾਤ ਹੈ, ਸਾਡੀ ਇਸ ਤਰ੍ਹਾਂ ਦੀ ਅਸੀਂ ਉਸ ਤਰ੍ਹਾਂ ਦੀ ਹਾਂ। ਅਸੀਂ ਸਾਰੇ ਇੱਕ ਗਿਣੇ ਜਾਵਾਂਗੇ ਕਿਉਂਕਿ ਪਰਮੇਸ਼ਵਰ ਇੱਕੋ ਹੀ ਹੈ ਔਰ ਪਰਮੇਸ਼ਵਰ ਦੇ ਵਿੱਚ ਤੇ ਮਨੁੱਖਾਂ ਦੇ ਵਿੱਚ ਇੱਕੋ ਹੀ ਵਿਚੋਲਾ ਹੈ, ਉਹਦਾ ਨਾਮ ਯਿਸੂ ਮਸੀਹ ਹੈ। ਹਾਲੇਲੂਇਆ। ਹਾਂਜੀ ਉਹ 29 ਵੀ ਪੜ੍ਹ ਲੈਂਦੇ ਹਾਂ। ਅਤੇ ਜੇ ਤੁਸੀਂ ਮਸੀਹ ਦੇ ਹੋ ਹਾਂਜੀ ਤਾਂ ਅਬਰਾਹਮ ਦੀ ਅੰਸ਼ ਅਤੇ ਬਚਨ ਦੇ ਅਨੁਸਾਰ ਅਧਿਕਾਰੀ ਹੋ। ਹਾਂਜੀ ਜੇਕਰ ਤੁਸੀਂ ਮਸੀਹ ਦੇ ਹੋ ਤੇ ਪਿਤਾ ਅਬਰਾਹਮ ਦੇ ਤੁਸੀਂ ਬੱਚੇ ਗਿਣੇ ਜਾਂਦੇ ਹੋ, ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਪਿਤਾ ਅਬਰਾਹਮ ਨੂੰ ਸਾਰਾ ਧਰਤੀ ਤੇ ਅਧਿਕਾਰ ਦਿੱਤਾ। ਕਹਿੰਦਾ ਮਤਲਬ ਧਰਤੀ ਦੇ ਉੱਤੇ ਉਹਨੂੰ ਪਿਤਾ ਗਿਣਿਆ ਗਿਆ ਹੈ ਪਵਿੱਤਰ ਬਾਈਬਲ ਦੇ ਵਿੱਚ, ਔਰ ਤੁਸੀਂ ਉਹਦੀ ਅੰਸ਼ ਗਿਣੇ ਜਾਂਦੇ ਹੋ। ਹਾਂਜੀ ਔਰ ਸਾਰਾ ਅਧਿਕਾਰ ਦਿੱਤਾ ਗਿਆ ਹੈ, ਸਾਰਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਹੈ। ਜੇਕਰ ਤੁਸੀਂ ਪਰਮੇਸ਼ਰ ਦੇ ਪੁੱਤਰ ਧੀਆਂ ਬਣ ਚੁੱਕੇ ਹੋ ਤੇ ਤੁਹਾਨੂੰ ਅਧਿਕਾਰ ਦਿੱਤਾ ਗਿਆ ਹੈ। ਜੇ ਪਰਮੇਸ਼ਰ ਦਾ ਕੁਝ ਵੀ ਹੈ ਨਾ ਉਹਦੇ ਤੁਸੀਂ ਹੱਕਦਾਰ ਹੋ। ਜਿਸ ਤਰ੍ਹਾਂ ਇੱਕ ਪਿਤਾ ਧਰਤੀ ਦੀ ਆ, ਉਹਦੀ ਪ੍ਰਾਪਰਟੀ ਦੇ ਉਹਦੀ ਜੋ ਵੀ ਕੁਛ ਉਹਦੇ ਆਪਣਾ ਵਾ ਉਹਦੇ ਹੱਕਦਾਰ ਬਣ ਜਾਂਦੇ ਹੋ। ਤੁਸੀਂ ਆਪਣੇ ਪਿਤਾ ਦੀ ਪ੍ਰਾਪਰਟੀ ਦੇ, ਆਪਣੇ ਪਿਤਾ ਦੇ ਹਰ ਇੱਕ ਵਸਤ ਦੇ, ਹਰ ਇੱਕ ਧੀਆਂ ਪੁੱਤਰ ਹੱਕਦਾਰ ਬਣ ਜਾਂਦੇ ਆ। ਔਰ ਅੱਜ ਤੁਸੀਂ ਵੀ ਹੱਕਦਾਰ ਹੋ ਔਰ ਤੁਸੀਂ ਵੀ ਅਧਿਕਾਰੀ ਹੋ ਆਪਣੇ ਪਰਮੇਸ਼ਰ ਦੇ। ਜੋ ਵੀ ਕੁਛ ਪਰਮੇਸ਼ਰ ਦਾ ਹੈ ਉਹਦੇ ਤੁਸੀਂ ਹੱਕਦਾਰ ਹੋ। ਹਾਲੇਲੂਇਆ। ਤੇ ਤੁਸੀਂ ਹਿਸਾਬ ਲਾ ਲਓ ਕਿ ਪਰਮੇਸ਼ਰ ਜਿਹੜਾ ਦੁਨੀਆ ਦਾ ਮਾਲਕ ਹੈ, ਜਦੋਂ ਤੁਸੀਂ ਉਹਦੇ ਧੀਆਂ ਪੁੱਤਰ ਬਣ ਗਏ ਹੋ ਤੇ ਉਹਦਾ ਕੀ ਹੈ? ਉਹਦਾ ਸਭ ਕੁਝ ਹੈ। ਇਹ ਆਕਾਸ਼ ਧਰਤੀ ਸਭ ਕੁਝ ਉਹਦਾ ਹੈ। ਦੁਨੀਆ 'ਚ ਜੋ ਕੁਝ ਨਜ਼ਰ ਆ ਰਿਹਾ ਹੈ ਸਭ ਕੁਝ ਉਹਦਾ ਹੈ। ਇੱਕ ਦੁਨਿਆਵੀ ਪਿਤਾ ਹੋਏਗਾ, ਉਹਦੀਆਂ ਪ੍ਰਾਪਰਟੀਆਂ ਹੋ ਜਾਣਗੀਆਂ, 10 ਹੋ ਜਾਣਗੀਆਂ, 20 ਹੋ ਜਾਣਗੀਆਂ, 50 ਹੋ ਜਾਣਗੀਆਂ। ਲੇਕਿਨ ਮੇਰੇ ਭੈਣੋ ਭਰਾਵੋ, ਜਿਹਦੇ ਤੁਸੀਂ ਧੀਆਂ ਪੁੱਤਰ ਬਣ ਚੁੱਕੇ ਹੋ ਨਾ, ਉਹ ਸਾਰੀ ਕਾਇਨਾਤ ਦਾ ਮਾਲਕ ਹੈ, ਸਾਰੀ ਦੁਨੀਆ ਦਾ ਮਾਲਕ ਹੈ ਔਰ ਸਵਰਗ ਦਾ ਮਾਲਕ ਹੈ। ਹਾਲੇਲੂਇਆ। ਔਰ ਤੁਸੀਂ ਵੀ ਉਹਦੇ ਹੱਕਦਾਰ ਹੋ, ਉਹਦੀ ਪ੍ਰਾਪਰਟੀ ਦੇ, ਜੋ ਵੀ ਕੁਝ ਪਰਮੇਸ਼ਰ ਦਾ ਹੈ। ਹਾਲੇਲੂਇਆ। ਅਸੀਂ ਉਹਨੂੰ ਸੁਣਨਾ ਦੇ ਕਰਤਾ ਤੇ ਉਹਦੇ ਵਿੱਚ ਦੇਖਦੇ ਹਾਂ 17 ਵਾ ਉਹਦੀ 30 ਆ ਦੇ ਵਿੱਚ। ਹਾਂਜੀ 17 ਦੀ 30 ਰਸੂਲਾਂ ਦੇ ਕਰਦੇ रसूलां दे करतब 17 ਦੀ 30 ਹੈ। ਅੱਜ ਹਿੰਦੀ ਦੀ ਬਾਈਬਲ ਹੈ ਕਿਸੇ ਦੇ ਕੋਲ ਤੇ ਪ੍ਰੇਤੋਗੇ ਕੰਮ। ਹਾਂਜੀ ਪਰਮੇਸ਼ਰ ਨੇ ਅਣਜਾਣ ਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ। ਹਾਂਜੀ ਪਰਮੇਸ਼ਰ ਨੇ ਅਣਜਾਣ ਸਮੇਂ ਦੇ ਵੱਲੋਂ ਆਪਣੀਆਂ ਅੱਖੀਆਂ ਫੇਰ ਲਈਆਂ ਸਨ, ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਨੇ ਹੁਕਮ ਦਿੱਤਾ ਹੈ ਧਰਤੀ ਉੱਤੇ ਹਰ ਇੱਕ ਨੂੰ ਕਿ ਉਹ ਜਿੱਥੇ ਵੀ ਆ ਉਹ ਤੋਬਾ ਕਰ ਲੈਣ, ਮਨ ਫਰਾ ਲੈਣ ਜਿੱਥੇ ਵੀ ਗਿਆ। ਯਾਨੀ ਕਿ ਪਾਪਾਂ ਤੋਂ ਮਨ ਫਰਾ ਲਓ। ਪਰਮੇਸ਼ਰ ਨੇ ਹੁਕਮ ਦੇ ਦਿੱਤਾ ਹੈ
बहुत सारे भैन भाई आ जेड़े परमेश्वर के हुक्म नूं मन लिया उन्होंने भाई नहीं भाई हुण पाप नहीं करना हुण गुनाह नहीं करना भाई परमेश्वर का हुक्म आ गया है पर कईयां नूं हजे तक पता नहीं लगा हजे भी मेरे भैन भाई पाप करते फिरते ने गुनाह करते फिरते ने माड़े कर्म करते फिरते ने लेकिन परमेश्वर का हुक्म आ चुका है कि तुसी मन भरा लो तौबा कर लो पापा गुनाह नूं छड्ड के मेरे कोल आ जाओ ते मेरे धीआं पुत्र बन जाओ हालेलुया हाँ जी क्यों जो उसने एक दिन ठहरा छड्या है जिहदे विच ਉਹ सच्चाई नाल संसार दा न्याय करेगा क्यों जो उन्होंने परमेश्वर ने एक दिन ठहरा छड्या है कि दुनिया का संसार का इस जगत का और न्याय करेगा परमेश्वर एक एक बच्चे का न्याय किया जाएगा एक एक मनुख का एक एक जन का एक एक भैन का भरा का यानी कि ओदा लेखा दिता जाएगा यानी कि एक दिन ठहरा दिता है परमेश्वर ने और सारा अधिकार किन्हों दे दिता है असि पवित्र बाइबल तो देखना है पढ़ के हाँ जी रसूलां दे करतब 17 ਦੀ 31 ਆਏ हाँ जी ਉਸ ਮਨੁੱਖ ਦੇ ਰਾਹੀਂ ਜਿਹਨੂੰ ਉਸਨੇ ਠਹਿਰਾਇਆ हाँ जी ਅਤੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾ ਉੱਤੇ ਸਾਬਤ ਕਰ ਦਿੱਤੀ ਹੈ हालेलुया कि किस इंसान ने किस इंसान को अधिकार देता है किनू सारा अधिकार दे दिता है थे किहदे वास्ते दिन ठहरा दिता है परमेश्वर ने अपने पुत्र जिहड़ा पुत्र परमेश्वर दा रूप धार के धरती उत्ते प्रभु यीशु मसीह के रूप दे विच इस धरती ते आए तां उन्हां नूं दोबारा रिपीट कर दो बेटी एक बार पता लग जाए रसूलां दे करतब 17 ਦੀ 31 ਆਏ रसूलां दे करतब 17 ਦੀ 31 है क्यों जो उसने एक दिन ठहरा छड्या है क्यों जो उसने परमेश्वर ने एक दिन ठहरा छड्या है ਜਿਹਦੇ ਵਿੱਚ ਉਹ ਸੱਚਾਈ ਨਾਲ ਜਿਹਦੇ ਵਿੱਚ ਉਹ ਸੱਚਾਈ ਦੇ ਨਾਲ ਸੰਸਾਰ ਦਾ ਨਿਆਂ ਕਰੇਗਾ ਸੰਸਾਰ ਦਾ ਨਿਆਂ ਕਰੇਗਾ ਉਸ ਮਨੁੱਖ ਦੇ ਰਾਹੀਂ ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸਨੇ ਠਹਿਰਾਇਆ ਜਿਸ ਨੂੰ ਉਸਨੇ ਠਹਿਰਾਇਆ ਅਤੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਅਤੇ ਮੁਰਦਿਆਂ ਦੇ ਵਿੱਚੋਂ ਜਵਾਲ ਕੇ ਇਹ ਗੱਲ ਸਭਨਾ ਉੱਤੇ ਸਾਬਤ ਕਰ ਦਿੱਤੀ ਹੈ ਅਤੇ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਹਰ ਇੱਕ ਬੇਟੀ ਦੇ ਉੱਤੇ ਮਨੁੱਖ ਦੇ ਉੱਤੇ ਇਹ ਜ਼ਾਹਿਰ ਕਰ ਦਿੱਤੀ ਹੈ ਹਾਂਜੀ ਅੱਗੇ ਬੇਟੀ 32 ਆਏ ਜਾਂ ਉਹਨਾਂ ਨੇ ਮੁਰਦਿਆਂ ਤੇ ਜੀ ਉੱਠਣ ਦੀ ਗੱਲ ਸੁਣੀ ਜਾਂ ਉਹਨਾਂ ਨੇ ਮੁਰਦਿਆਂ ਦੀ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਤਾਂ ਲੋਕੀ ਮਖੌਲ ਕਰਨ ਲੱਗ ਪਏ ਪਰ ਹੋਰਨਾਂ ਨੇ ਆਖਿਆ ਕਈਆਂ ਨੇ ਆਖਿਆ ਵਿੱਚੋਂ ਅਸੀਂ ਇਹ ਗੱਲ ਤੇਥੋਂ ਕਦੇ ਫੇਰ ਸੁਣਾਂਗੇ ਇਹ ਕੌਣ ਕਹਿ ਰਿਹਾ ਸੀ ਪੌਲਸ ਸੁਣਾ ਰਿਹਾ ਸੀ ਸੰਤ ਪੌਲਸ ਪਰਮੇਸ਼ਵਰ ਦਾ ਦਾਸ ਕਹਿ ਰਿਹਾ ਸੀ ਕਹਿੰਦਾ ਕਿ ਪਰਮੇਸ਼ਵਰ ਨੇ ਇੱਕ ਦਿਨ ਠਹਿਰਾਤਾ ਹੈ ਸੰਸਾਰ ਦੇ ਉੱਤੇ ਨਿਆਂ ਦਾ ਦਿਨ ਔਰ ਇੱਕ ਇੱਕ ਦਾ ਨਿਆਂ ਕੀਤਾ ਜਾਏਗਾ ਔਰ ਕਿਹਨੂੰ ਨਿਆਂ ਦਾ ਅਧਿਕਾਰ ਬਣਾਇਆ ਹੈ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਜਿਹਨੂੰ ਮੁਰਦਿਆਂ ਦੇ ਵਿੱਚੋਂ ਜਿੰਦਾ ਕੀਤਾ ਹੈ ਉਹਨੂੰ ਨਿਆਂ ਦਿੱਤਾ ਹੈ ਧਰਤੀ ਤੇ ਇੱਕ ਇੱਕ ਮਨੁੱਖ ਦਾ ਔਰ ਸੰਤ ਪੌਲਸ ਪਰਮੇਸ਼ਵਰ ਦਾ ਦਾਸ ਉਹਦਾ ਮਨੁੱਖਾਂ ਦੇ ਵਿੱਚ ਧਰਤੀ ਦੇ ਉੱਤੇ ਇਹ ਗੱਲ ਕਹਿ ਰਿਹਾ ਸੀ ਤਾਂ ਕੁਝ ਲੋਕ ਜਿਹੜੇ ਆ ਇਹ ਗੱਲ ਨੂੰ ਮੰਨ ਗਏ ਔਰ ਕੁਝ ਲੋਕ ਜਿਹੜੇ ਆ ਮਖੌਲ ਕਰਨ ਲੱਗ ਪਏ ਅੱਜ ਵੀ ਸਿੱਧ ਨਹੀਂ ਹੈ ਪਵਿੱਤਰ ਬਾਈਬਲ ਬਹੁਤ ਪੁਰਾਣਾ ਲਿਖਿਆ ਹੈ ਲੇਕਿਨ ਪੁਰਾਣੀਆਂ ਗੱਲਾਂ ਅੱਜ ਵੀ ਇਸੇ ਤਰ੍ਹਾਂ ਹੀ ਆ ਕੁਝ ਲੋਕ ਮੰਨਦੇ ਆ ਪ੍ਰਭੂ ਯਿਸੂ ਮਸੀਹ ਨੂੰ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠਿਆ ਉਹ ਮੰਨਦੇ ਆ ਕਿ ਉਹ ਪਰਮੇਸ਼ਰ ਦੇ ਪੁੱਤਰ ਆ ਮੰਨਦੇ ਆ ਕਿ ਉਹ ਅੱਜ ਵੀ ਜਿੰਦਾ ਹੈ ਪਰ ਕਈ ਅੱਜ ਵੀ ਮਖੌਲ ਕਰਦੇ ਨੇ ਅੱਜ ਕਈ ਵੀ ਹੱਸਦੇ ਨੇ ਕਈ ਜਦੋਂ ਅਸੀਂ ਕਿਤੇ ਜਾ ਕੇ ਕਿਸੇ ਦੇ ਘਰ ਦੇ ਵਿੱਚ ਅਸੀਂ ਹਾਲੇਲੂਇਆ ਦਾ ਨਾਰਾ ਲਗਾਉਂਦੇ ਆ ਪ੍ਰਾਰਥਨਾ ਕਰਦੇ ਆ ਤਾਂ ਆਸੇ ਪਾਸੇ ਵਾਲੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉਹ ਮਖੌਲ ਕਰਦੇ ਨੇ ਜਾਂ ਅਸੀਂ ਕਿਤੇ ਬਾਹਰ ਅੰਦਰ ਜਦੋਂ ਸਟੇਜ ਲਗਾਉਂਦੇ ਆ ਤੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਕਿ ਪ੍ਰਭੂ ਯਿਸੂ ਮਸੀਹ ਦਾ ਉਹ ਮਜ਼ਾਕ ਬਣਾਉਂਦੇ ਆ
उस टाइम अज भी कई लोग मनते आ ते कई लोग मखौल करते आ। पर मेरे भैनों भरावो, मैं कहना धन आ वो लोग जेड़े परमेश्वर के पुत्र को जान चुके हैं। धन आ वो लोग जेड़े परमेश्वर का डर रखते हैं। धन आ वो लोग जेड़े पाप नहीं करते। हालेलुया। मेरे भैनों भरावो, जेड़ा परमेश्वर के कोलों डरेगा वो कभी पाप नहीं करेगा। जेड़ा मनेगा कि हाँ परमेश्वर मैनूं देखते पे ने, वो कभी भी पाप नहीं करेगा। मेरे भैनों भरावो, डरेगा वो और धन गिनया जाएगा वो, क्योंकि उन्होंने पता लग चुका है कि परमेश्वर मैनूं देख रहा। भावें मैं जिथे मर्जी चल जावा, भावें मैं थले बेसमेंट दे विच चले जावा, भावें मैं किसी नुक्कड़ से चले जावा, किसी जंगल बइयाबान से चले जावा, भावें मैं आकाश से चले जावा, भावें इधर उधर चले जावा, जिथे मर्जी चले जावा, मेरा परमेश्वर उत्थे मैनूं देख रहा है। हालेलुया। और मैं तुहानूं दसना चाहना मेरे भैनों भरावो, परमेश्वर अज भी तुहाडे उत्ते अख लगा के बैठे हैं। अज जिन्ने भी बच्चे आए ने इस वचन को बड़े ध्यान के नाल सुनना। किसी टाइम बंदे का ध्यान नहीं होता, वो बैठा तो परमेश्वर के मंजूरी के विच हुंदा है, पर उसका ध्यान किते होर किते गया। पर अज तुसीं जिन्ने भी हो, तुसीं ध्यान लगाना है। जेकर ध्यान लगावांगे तो सानूं पता लगेगा कि परमेश्वर का वचन साडे नाल की गल कर रहा है। एक क्या सी संत पौलुस ने गल की उस टाइम के दौरान दे विच उन्हां लोकां दे नाल। पर एक इत्थे मैं तुहानूं दस लगा रसूलां ने करता 2 बाब उहदी 37 आयत दे विच उत्थे परमेश्वर का दास प्रभु यीशु मसीह का दास पतरस इत्थे गल कर रहा है कुछ लोकां दे नाल। ते कुछ लोकां दे नाल जदों उन्हें गल दसी प्रभु यीशु मसीह के बारे, उन्होंने कहा कि प्रभु यीशु मसीह मुर्दियां दे विचों जी उठिया और सारा अधिकार प्रभु यीशु मसीह दे कोल है। और जो लोगों के नाल गलबात की उन्होंने सुनी तो उस टाइम के दौरान दे विच बहुत सारे लोगों ने निंदा की, विश्वास किया। तो असीं पढ़ के देखते हैं। हाँ जी 2:37 दे विच रसूलां दे करतब 2:37 आए। हाँ जी जब उन्होंने ये सुनिया तो उन्होंने दिल छिद गए। हालेलुया। हालेलुया। जिदों लोगों ने गल सुनी प्रभु यीशु मसीह के बारे कि वह मुर्दों के विचों जी उठिया और अज तक जिंदा है, जब उन्होंने लोगों के दिल जिहड़े छिंज गए। यानी कि जिस तरह एक वचन जिहड़ा 3 वचन जाके खुब जाता है ना साडे दिल के उत्ते, साडे शरीर के उत्ते, उन्होंने पता लग गया कि प्रभु यीशु मसीह ही प्रभु है और प्रभु यीशु मसीह ही परमेश्वर है। उन्होंने लोगों के दिल छिंज गए। हाँ जी। अते पतरस और बाकी दे रसूलां नूं कहा हाँ जी कि हे भाईओ असीं की करिए। हाँ जी तद पतरस ने उन्हां नूं आख्या तौबा करो अते तुहाडे विचों हरेक आपो अपने पापां दी माफी दे लई यीशु मसीह दे नाम उत्ते बपतिस्मा लवे तां पवित्र आत्मा दा दान पाओगे। हालेलुया। हालेलुया। हुण उत्थों दे जिहड़े लोग हैं और जिन्हां दे दिल छिंज गए ते बहुत सारे लोगों ने पतरस दे नाल गल कीती और चेलियां दे नाल गल कीती प्रभु यीशु जी दे। कहंदे भाई हुण फिर असीं सानूं की करना चाहिदा वा। पतरस ने कहा कि तुसीं अपना मन फरा लवो, तौबा कर लवो, पापा गुनाहां नूं छड्ड दिओ, तौबा कर लो पापा दे, माड़े कमां नूं छड्ड दिओ, माड़े कमां तो मुंह फेर लवो, मन फरा लो। जाने की अपना जिहड़ा मन है अपना दिल है ना जिहड़ा वो फरा लवो, तां तौबा करके बपतिस्मा लै लवो, तां तुसीं पवित्र आत्मा पा लवोगे। पवित्र आत्मा यानी कि परमेश्वर नूं तुसीं पा लवोगे। हालेलुया। पुराने समय के विच जदों सानूं नहीं पता सी, जदों पहले जदों असीं छोटे सां जां साडे प्यो दाते सी तां की सोच के आने की सानूं सिक्ख्या दी जाती
ਕਿ ਜਦੋਂ ਪਰਮੇਸ਼ਰ ਨੂੰ ਪਾਉਣਾ ਹੈ ਤੇ ਸਾਨੂੰ ਜੰਗਲਾਂ ਦੇ ਵਿੱਚ ਜਾਣਾ ਪੈਂਦਾ ਹੈ ਜੀ, ਸਾਨੂੰ ਪਹਾੜਾਂ ਤੇ ਜਾਣਾ ਪੈਂਦਾ ਹੈ ਜੀ, ਸਾਨੂੰ ਇੱਧਰ ਜਾਣਾ ਪੈਂਦਾ ਹੈ, ਸਾਨੂੰ ਉੱਧਰ ਜਾਣਾ ਪੈਂਦਾ ਹੈ, ਬੜੀ ਬੜੀ ਦੂਰ ਜਾਣਾ ਪੈਂਦਾ ਹੈ। ਨਹੀਂ ਮੇਰੇ ਭੈਣੋ ਭਰਾਵੋ, ਖੁਦ ਤੁਸੀਂ ਆਪਣੇ ਘਰ ਦੇ ਵਿੱਚ ਆਪਣਾ ਮਨ ਫਰਾ ਲਵੋ, ਤੋਬਾ ਕਰ ਲਓ, ਯਾਨੀ ਕਿ ਪਾਪਾਂ ਗੁਨਾਹਾਂ ਨੂੰ ਛੱਡ ਦਿਓ और मन फरा के तौबा करके बपतिस्मा ले लो परमेश्वर के पुत्र प्रभु यीशु मसीह के नाम विच ते तुसीं पवित्र आत्मा नूं पा लवोगे, यानी कि परमेश्वर नूं तुसीं घर बैठे पा सकते हो। हालेलुया। चर्च बनाए गए ने जो असीं इकट्ठे होंदे आ और इस जगह ते क्लास लगती है और इत्थे सिक्ख्या दी जाती है एक स्कूल की तरह, और जिहड़ा इस सिक्ख्या नूं लैके जाता है वो आशीष पाता है, बरकत पाता है। और इसी तरह तुझे भी इस जगह के उत्ते जे मान लो जितने भी शब्द बोले जाते हैं, जो तुसी मान लो 100 शब्द बोलिया गया उन्हां विचों तुसी 5 भी चक ले, 5 नूं मान लिया, 10 नूं मान लिया, या 1 नूं भी मान लिया, या 2 नूं भी मान लिया, तो मेरे भैनों भरावों ताड़ी जिंदगी बदल जाएगी, ताड़ा स्वभाव बदल जाएगा यीशु मसीह के नाम दे विच। हालेलुया। तो मैं तुहानूं दसना चाहना मेरे भैनों भरावों, असीं अगे देखते हैं। हाँ जी, अगली है रसूलां दे करतब 2 ਦੀ 39 है। हाँ जी, क्योंकि एक करार तुहाडे और तुहाडे बालकां दे नाल है। हाँ एक करार जिहड़ा है परमेश्वर का तुहाडे नाल ते तुहाडे धीआं पुत्रां दे नाल है, ਅਤੇ ਉਹਨਾਂ ਨਾਲ ਸਭਨਾਂ ਨਾਲ ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇ ਨਾਲ ਜਿਹੜੇ ਪਰਮੇਸ਼ਰ ਤੋਂ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ। ਜਿਨ੍ਹਾਂ ਨੂੰ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ। ਪਰਮੇਸ਼ਰ ਨੇ ਆਵਾਜ਼ ਤਾਂ ਸਾਰਿਆਂ ਨੂੰ ਦਿੱਤੀ ਹੈ, ਪਰ ਸਾਰੇ ਆਵਾਜ਼ ਨਹੀਂ ਸੁਣਦੇ ਪਏ। ਜਿਹੜਾ ਆਵਾਜ਼ ਸੁਣ ਲੈਂਦਾ ਹੈ ਤਾਂ ਪਰਮੇਸ਼ਰ ਉਹਨੂੰ ਖਿੱਚ ਲੈਂਦਾ ਹੈ। ਪਰਮੇਸ਼ਰ ਖਿੱਚ ਕੇ ਤੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਆਉਂਦਾ ਹੈ। ਜਿਸ ਤਰ੍ਹਾਂ ਅੱਜ ਤੁਸੀਂ ਖਿੱਚੇ ਆਏ ਹੋ, ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਆਏ ਹੋ, ਤੁਹਾਨੂੰ ਕੋਈ ਭੈਣ ਭਰਾ ਨਹੀਂ ਲੈ ਕੇ ਆਇਆ। ਉਪਦੇਸ਼ ਕੀਤਾ ਭਈ ਆਪਣੇ ਆਪ ਨੂੰ ਇਸ ਕੱਬੀ ਪੀੜੀ ਕੋਲੋਂ ਬਚਾਓ। ਪਰਮੇਸ਼ਰ ਨੇ ਹੋਰ ਵੀ ਹੁਕਮ ਦਿੱਤੇ ਆ, ਹੋਰ ਵੀ ਉਪਦੇਸ਼ ਦਿੱਤਾ ਹੈ ਕਿ ਤੁਸੀਂ ਇਸ ਸੰਸਾਰ ਦੀ ਕੱਬੀ ਪੀੜੀ ਤੋਂ ਬਚ ਜਾਓ, ਆਪ ਵੀ ਬਚੋ ਤੇ ਆਪਣੇ ਭੈਣਾਂ ਭਰਾਵਾਂ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਬਚਾਓ। ਦੇਖੋ ਕਿੰਨਾ ਪਾਪ ਫੈਲਿਆ ਹੋਇਆ ਹੈ, ਕੀ ਕੁਛ ਨਹੀਂ ਚੱਲ ਰਿਹਾ। ਪਰਮੇਸ਼ਰ ਹੁਕਮ ਦਿੰਦੇ ਆ ਕੱਬੀ ਪੀੜੀ ਤੋਂ ਬਚ ਜਾਓ, ਜੇ ਬਚਣਾ ਆ ਤਾਂ ਆਓ ਮੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਆ ਜਾਓ, ਉਹਦੀ ਹਜ਼ੂਰੀ ਦੇ ਵਿੱਚ ਆ ਜਾਓ। ਤੁਸੀਂ ਤੇ ਤੁਹਾਡੇ ਧੀਆਂ ਪੁੱਤਰ ਸ਼ਾਂਤੀ, ਸਕੂਨ ਤੇ ਆਰਾਮ ਪਾ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਹਾਂਜੀ, ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ। ਭਾਈ ਸਾਹਿਬ ਮੇਰੀ ਗੱਲ ਸੁਣੋ, ਇੱਥੇ ਕੀ ਕਹਿ ਰਹੇ ਆ ਕਿ ਜਿਨ੍ਹਾਂ ਨੇ ਇਸ ਵਚਨ ਨੂੰ ਮੰਨ ਲਿਆ, ਯਾਨੀ ਕਿ ਮੂੰਹ ਦੇ ਵਿੱਚੋਂ ਨਿਕਲੇ ਹੋਏ ਪਤਰਸ ਦੇ ਮੂੰਹ ਦੇ ਸ਼ਬਦ, ਚੇਲਿਆਂ ਦੇ ਸ਼ਬਦ, ਜਿਨ੍ਹਾਂ ਨੇ ਮਨੁੱਖਾਂ ਨੇ ਮੰਨ ਲਏ ਤਾਂ ਉਹਨਾਂ ਨੇ ਬਪਤਿਸਮਾ ਲੈ ਲਿਆ। ਬਪਤਿਸਮਾ ਉਹਨਾਂ ਨੇ ਲਿੱਤਾ ਜਿਨ੍ਹਾਂ ਨੇ ਵਚਨ ਨੂੰ ਮੰਨ ਲਿਆ। ਹਾਲੇਲੂਇਆ। ਹਾਂਜੀ, ਅੱਗੇ ਦੇਖਦੇ ਹਾਂ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਹਾਂਜੀ, ਅਤੇ ਉਸੇ ਦਿਨ 3,000 ਜਣੇ ਉਹਨਾਂ ਵਿੱਚ ਰਲ ਗਏ। 3,000 ਲੋਕਾਂ ਨੇ ਬਪਤਿਸਮਾ ਲਿੱਤਾ ਉਸੇ ਟਾਈਮ। ਅੱਜ ਕਿਸੇ ਨੂੰ ਕਹਿਣਗੇ ਨਾ ਬਪਤਿਸਮਾ ਲੈਣਾ ਜੀ ਭਾਈ ਸਾਹਿਬ ਤੁਸੀਂ ਤਾਂ ਪਤਾ ਕਿੰਨੇ ਭੈਣ ਭਾਈ ਕਹਿੰਦੇ ਜੀ ਅਸੀਂ ਨਾ ਪਾਪਾ ਕੋਲੋਂ ਪੁੱਛ ਆਈਏ, ਪਹਿਲੇ ਮੰਮੀ ਨੂੰ ਪੁੱਛ ਲਈਏ ਜੀ, ਤੇ ਖੁਦ ਜੇ ਮੰਮੀ ਪਾਪਾ ਹੀ ਹੈਗੇ ਆ ਤੇ ਉਹ ਕਹਿੰਦੇ ਜੀ ਮੈਂ ਆਪਣੀ ਭੈਣ ਨੂੰ ਪੁੱਛਣਾ ਵਾ। ਜੇ ਕੋਈ ਬੰਦਾ ਹੈ ਉਹ ਕਹਿੰਦਾ ਭਾਈ ਸਾਹਿਬ ਮੈਂ ਆਪਣੇ ਭਰਾ ਨੂੰ ਪੁੱਛਣਾ। ਬਪਤਿਸਮਾ ਲੈ ਲੱਗਿਆ ਪੁੱਛਦੇ ਨੇ ਸਾਡੇ ਭੈਣ ਭਾਈ ਆਪਣੇ ਭੈਣ ਭਰਾਵਾਂ ਦੇ ਕੋਲੋਂ, ਪਰ ਜਦੋਂ ਪਾਪ ਕਰਦੇ ਉਦੋਂ ਨਹੀਂ ਪੁੱਛਦੇ। ਉਦੋਂ ਨਾ ਹੀ ਮਾਂ ਬਾਪ ਨੂੰ ਪੁੱਛਦੇ ਆ, ਨਾ ਭੈਣ ਭਰਾ ਨੂੰ ਪੁੱਛਦੇ ਆ, ਉਦੋਂ ਪਾਪ ਕਰਕੇ ਰੱਖ ਦਿੰਦੇ ਆ। ਮੇਰੇ ਭੈਣ ਭਰਾਵੋ, ਜਦੋਂ
ਅਸੀਂ ਪਵਿੱਤਰਤਾ ਦੇ ਵਿੱਚ ਜਾਣ ਲੱਗਦੇ ਆ ਤੇ ਸਾਡੀਆਂ ਸੋਚਾਂ ਜਿਹੜੀਆਂ ਕਈ ਗੱਲਾਂ ਸੋਚਦੀਆਂ, ਪਰ ਜਦੋਂ ਅਸੀਂ ਪਾਪ ਕਰਨ ਜਾਂਦੇ ਆ ਤਾਂ ਉਦੋਂ ਤੇ ਸੋਚ ਸਿਰਫ ਪਾਪ ਵੱਲ ਲੱਗੀ ਹੁੰਦੀ ਹੈ। ਸਾਨੂੰ ਪਾਪ ਚੰਗਾ ਲੱਗਣ ਨਹੀਂ ਆਉਂਦਾ, ਸਾਨੂੰ ਪਾਪ ਮਿੱਠਾ ਲੱਗਣ ਨਹੀਂ ਆਉਂਦਾ। ਅਸੀਂ ਪਾਪ ਕਰ ਦਿੰਦੇ ਆ, ਉਦੋਂ ਕਿਸੇ ਭੈਣ ਭਰਾ ਦੇ ਕੋਲੋਂ ਪੁੱਛਦੇ ਨਹੀਂ ਆ ਕਈ ਬਪਤਿਸਮਾ ਲਈ ਆਪਾਂ ਆਹ ਕੰਮ ਕਰੀਏ ਕਿ ਨਾ ਕਰੀਏ, ਪਰ ਜਦੋਂ ਚੰਗਾ ਕੰਮ ਕਰਨਾ ਹੈ ਉਦੋਂ ਸੋਚਾਂ ਦੇ ਵਿੱਚ ਪੈ ਜਾਣਾ। ਮੇਰੇ ਭੈਣ ਭਰਾਵੋ, ਪਰਮੇਸ਼ਰ ਦਾ ਬੱਚਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਆਨਲਾਈਨ ਜਿਹਨੇ ਵੀ ਦੇਖ ਰਹੇ ਆ ਔਰ ਜਿਹਨੇ ਵੀ ਮੇਰੇ ਭੈਣ ਭਾਈ ਇਕੱਠੇ ਹੋਏ ਨੇ, ਤੁਹਾਡੇ ਨਾਲ ਗੱਲ ਹੋ ਰਹੀ ਹੈ। ਮੇਰੇ ਭੈਣ ਭਰਾਵੋ, ਕਿਸੇ ਨਾ ਕਿਸੇ ਦੇ ਨਾਮ ਤੇ ਗੱਲ ਹੋ ਰਹੀ ਹੈ ਨਾ, ਭਾਵੇਂ ਇੱਕ ਦੇ ਨਾਲ, ਭਾਵੇਂ ਦੋ ਦੇ ਨਾਲ, ਭਾਵੇਂ ਤਿੰਨ ਦੇ ਨਾਲ, ਭਾਵੇਂ ਚਾਰਾਂ ਦੇ ਨਾਲ, ਭਾਵੇਂ ਪੰਜਾਂ ਦੇ ਨਾਲ, ਭਾਵੇਂ ਸਾਰਿਆਂ ਦੇ ਨਾਲ, ਪਰ ਹੋ ਰਹੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਨਾਲ ਗੱਲ ਹੋ ਰਹੀ ਹੈ ਸਿੱਧੀ ਡਾਇਰੈਕਟ। ਹਾਂਜੀ, ਅੱਗੇ ਤੁਸੀਂ ਦੇਖੋ ਰਸੂਲਾਂ ਦੇ ਕਰਤਾ 8:31 ਤੋਂ 8:31 ਰਸੂਲਾਂ ਦੇ ਕਰਤਾ। ਰਸੂਲਾਂ ਦੇ ਕਰਤੱਵ 8:31 ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਪਹਿਲੇ, ਇਸ ਜਗ੍ਹਾ ਦੇ ਉੱਤੇ ਇੱਕ ਪਰਮੇਸ਼ਰ ਦਾ ਦਾਸ ਹੈ ਫਿਲਿਪਸ, ਉਹਦਾ ਨਾਮ ਹੈ ਫਿਲਿਪਸ। और फिलिप्पुस परमेश्वर ने उसको इस्तेमाल किया, पहले रूह दे विच भर दिता और पवित्र आत्मा दे विच हो के जो हो गया पूरा भर गया पवित्र आत्मा के नाल, तब परमेश्वर ने उन्हें कहा, परमेश्वर ने कहा चल फिलिप्पुस, एक फौजा आ रहा है और रात जिससे आ रहा है, जाने की एक वजारत है और रानी जी उस जगह की, उस जगह का वो एक सेनापति है। मेरे भैन भरावो समझ लो कि वो राजा है और रथ के जा रहा राजा, राजा रथ से जा रहा है कि नाल सिपाही जा रहे हैं, घोड़ सवार जा रहे हैं नाल। और परमेश्वर ने अपने दास फिलिप्पुस को किया कि जा फिलिप्पुस, तो उस राजे के नाल दौड़ के उस रथ के नाल नाल जाके देख, और एक पवित्र बाइबल नो, यानी कि बाइबल का वचन पढ़ खोलिया आया ने यशायाह नबी की पुस्तक का, और देख उन्होंने जाके और दस उस जगह के उत्ते जो पहुंचा तो किस तरह दौड़ दौड़ के जा रहा है, तो किस तरह वो बैठा है। असी देखते हैं अपना रसूलां दे करता 8:31 किस तरह होया। हाँ जी, उसने आख्या जद ताई कोई मैनू राह ना दसे ਇਹ ਮੈਥੋਂ ਕਿੰਕੂ ਹੋ ਸਕੇ। ਹਾਲੇਲੂਇਆ, ਹਾਲੇਲੂਇਆ। ਜਦੋਂ ਫਿਲਿਪੁਸ ਨੇ ਉਸ ਖੋਜੇ ਨੂੰ ਜਾ ਕੇ ਗੱਲ ਕੀਤੀ ਕਿ ਤੁਸੀਂ ਪਵਿੱਤਰ ਬਾਈਬਲ ਦਾ ਵਚਨ ਖੋਲਿਆ, ਤੁਹਾਨੂੰ ਸਮਝ ਲੱਗਦੀ ਪਈ ਹੈ, ਉਹਨੇ ਕੋਈ ਗੱਲ ਕਹੀ ਖੋਜੇ ਨੇ, ਕਹਿੰਦਾ ਨਹੀਂ, ਮੈਨੂੰ ਜਿੰਨੀ ਦੇਰ ਤੱਕ ਕੋਈ ਦੱਸੇਗਾ ਨਹੀਂ ਮੈਨੂੰ ਕਿਸ ਤਰ੍ਹਾਂ ਸਮਝ ਆਏਗੀ। ਮੈਂ ਪਵਿੱਤਰ ਬਾਈਬਲ ਨੂੰ ਖੋਲਿਆ ਗਿਆ ਹੈ पर इस वचन की मैं समझ नहीं लग रही, मैनू कोई दसे मैनू। हाँ जी, फिर उसने फिलिप्पुस अगे बेनती की, हाँ जी, कि मेरे नाल तो चढ़ बैठ। देखो जेड़ा फिलिप्पुस आ उन्हें पहले कपड़े पाए हुए हैं और बिल्कुल पैरों को जुत्ती, तुहानू पता ही है एक माड़ा इंसान है, उन्हें कपड़े के क्या नहीं होंगे, उनकी जुत्ती क्या नहीं रहेगी, पर है परमेश्वर का दास आ और रूह के भरिया हुआ है। और राजा की कह रहा है, राजा कहना कि तू फिलिप्पुस मेरे नाल आके बैठ जा। हालेलुया। जो असी भी परमेश्वर के विच हुंदे आ, परमेश्वर साडे अंदर आ जाता है, तो मेरे भैन भरावो सानू भी
ਜਿਹੜੀ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾਂ ਦੇ ਵਿੱਚ ਬਿਠਾ ਦੇਵਾਂਗਾ। ਹਾਲੇਲੂਇਆ। ਉਸ ਤਰ੍ਹਾਂ ਕੋਈ ਬੰਦਾ ਜਾਂਦਾ ਹੋਵੇ ਦਿਹਾੜੀ ਦੱਪੇ ਵਾਲਾ, ਕੋਈ ਇਸ ਤਰ੍ਹਾਂ ਦਾ ਚੱਪਲ ਪਾਈ ਹੋਵੇ, ਉਹਨੇ ਆਮ ਮਾੜੇ ਕੱਪੜੇ ਪਾਏ ਹੋਣ, ਰਾਜੇ ਨੇ ਉਹਨੂੰ ਬਿਠਾਉਣਾ ਸੀ? ਨਹੀਂ ਬਿਠਾਉਣਾ ਸੀ ਉਹਨੂੰ। ਰਾਜੇ ਨੇ ਕਹਿਣਾ ਭਾਈ ਸਾਈਡ ਤੇ ਹੋ ਜਾ, ਭਾਈ ਤੂੰ ਗੱਲਬਾਤ ਕਰਦਾ, ਤੇਰੀ ਗੱਲਬਾਤ ਆਪਾਂ ਨਹੀਂ ਸੁਣੀ, ਸਾਈਡ ਤੇ ਹੋ ਜਾ। ਉਹਨੂੰ ਪਰੇ ਕਰ ਦੇਣਾ, ਰੱਬ ਨੇ ਭਜਾ ਲੈਣਾ, ਘੋੜੇ ਭਜਾ ਲੈਣੇ ਸੀ। ਪਰ ਉਹਨੇ ਜਦੋਂ ਕਿਹਾ ਕਿ ਜਿਹੜਾ ਪਵਿੱਤਰ ਬਾਈਬਲ ਤੁਹਾਡੇ ਹੱਥ ਦੇ ਵਿੱਚ ਆ, ਜਿਹੜਾ ਵਚਨ ਤੁਸੀਂ ਪੜ੍ਹਦੇ ਹੋ ਉਹ ਤੁਹਾਨੂੰ ਸਮਝ ਲੱਗ ਰਹੀ ਹੈ? ਉਹ ਕਹਿੰਦੇ ਨਹੀਂ। ਫਿਰ ਉਸ ਨੂੰ ਉਹਨੇ ਕਿਹਾ ਕਿ ਚੱਲ ਤੂੰ ਆ ਜਾ, ਮੇਰੇ ਲੱਤ ਦੇ ਉੱਪਰ ਆ ਜਾ, ਮੇਰੇ ਨਾਲ ਬੈਠ ਜਾ ਔਰ ਮੈਨੂੰ ਦੱਸ। ਹਾਂਜੀ ਅੱਗੇ। ਉਸ ਪੌਦੇ ਦੀ ਪੌੜੀ ਜੋ ਉਹ ਬਾਚ ਰਿਹਾ ਸੀ ਸੋ ਇਹ ਸੀ, ਉਹ ਭੇਡ ਦੀ ਨਿਆਈ ਕੱਟੇ ਜਾਣ ਨੂੰ ਲਿਆਂਦਾ ਗਿਆ, ਔਰ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਗੁੰਗਾ ਰਹਿੰਦਾ ਹੈ, ਤਿਵੇਂ ਵੀ ਉਹ ਆਪਣੇ ਮੂੰਹ ਨਹੀਂ ਖੋਲਦਾ। ਉਹਦੀ ਅਧੀਨਗੀ ਵਿੱਚ ਉਹਦਾ ਨਿਆਂ ਨਿਖੁੱਟ ਗਿਆ। ਉਹਦੀ ਪੀੜੀ ਦਾ ਕੌਣ ਬਿਆਨ ਕਰੇਗਾ, ਕਿਉਂਕਿ ਉਹਦੀ ਜਾਨ ਧਰਤੀ ਉੱਤੋਂ ਚੁੱਕੀ ਜਾਂਦੀ ਹੈ। ਹਾਲੇਲੂਇਆ। ਹਾਲੇਲੂਇਆ। ਮੇਰੇ ਭੈਣੋ ਭਰਾਵੋ ਮੇਰੀ ਗੱਲ ਸੁਣੋ। ਜਿਹੜੀ ਉਹਨੇ ਪੋਥੀ ਖੋਲੀ ਸੀ ਯਸ਼ਾਇਆ ਨਬੀ ਦੀ, ਔਰ ਯਸ਼ਾਇਆ ਨਬੀ ਦੀ ਪੋਥੀ ਦੇ ਵਿੱਚ ਇਹ ਲਿਖਿਆ ਸੀ ਕਿ ਪ੍ਰਭੂ ਯਿਸੂ ਮਸੀਹ ਇੱਕ ਲੇਲੇ ਦੀ, ਜਦੋਂ ਉਹਨੂੰ ਗੁਲਾਬ ਦਿੱਤਾ ਜਾਂਦਾ ਉਹਨੂੰ ਉਤਾਰ ਦਿੱਤੀ ਜਾਂਦੀ ਹੈ। ਉਹ ਫਿਰ ਵੀ ਉਹ ਬੋਲਦੀ ਨਹੀਂ ਹੈ, ਪਰ ਜਦੋਂ ਉਹਨੂੰ ਹਲਾਲ ਕੀਤਾ ਜਾਂਦਾ, ਕੱਟਿਆ ਜਾਂਦਾ ਆ, ਤਾਂ ਫਿਰ ਵੀ ਉਹ ਆਪਣੇ ਆਰਾਮ ਦੇ ਨਾਲ ਧੌਣ ਲਵਾ ਲੈਂਦੀ ਹੈ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਧਰਤੀ ਤੇ ਆਏ, ਇੱਕ ਲੇਲੇ ਦੀ ਤਰ੍ਹਾਂ ਆਏ, ਇੱਕ ਭੇਡ ਦੀ ਤਰ੍ਹਾਂ ਆਏ, ਔਰ ਉਹਨਾਂ ਦੀ ਉਹਨੂੰ ਕਾਰੀ ਗਈ, ਉਹਨਾਂ ਦੀ ਧੌਣ ਲਾ ਦਿੱਤੀ ਗਈ। ਕਹਿਣ ਦਾ ਮਤਲਬ ਜਿਸ ਤਰ੍ਹਾਂ ਇੱਕ ਭੇਡ ਦੀ ਧੌਣ ਲਾ ਦਿੱਤੀ ਆ, ਜਿਸ ਤਰ੍ਹਾਂ ਲੇਲੇ ਦੀ ਧੌਣ ਲਾ ਦਿੱਤੀ ਆ, ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਵੀ ਸਲੀਬ ਤੇ ਚਾੜ ਦਿੱਤਾ ਗਿਆ। ਉਹਨਾਂ ਦੇ ਹੱਥਾਂ ਪੈਰਾਂ 'ਚ ਕੈਦ ਠੋਕੇ ਗਏ, ਸਿਰ ਉੱਤੇ ਕੰਡਿਆਂ ਦਾ ਤਾਜ ਰੱਖਿਆ ਗਿਆ, ਪਿੱਠ ਉੱਤੇ ਕੋੜੇ ਖਾਦੇ ਉਹਨਾਂ ਨੇ, ਪਵਿੱਤਰ ਪੱਗ ਲਹੂ ਪਾਇਆ, ਪਰ ਉਹਨਾਂ ਨੇ ਮੂੰਹ ਕੁਝ ਨਹੀਂ ਬੋਲਿਆ। ਇੱਕ ਭੇਡ ਦੀ ਤਰ੍ਹਾਂ ਉਹਨਾਂ ਨੇ ਕੁਰਬਾਨੀ ਦਿੱਤੀ, ਇੱਕ ਲੇਲੇ ਦੀ ਤਰ੍ਹਾਂ ਕੁਰਬਾਨੀ ਦਿੱਤੀ ਆ। ਕਿੰਨਾ ਦੀ ਖਾਤਰ? ਸਾਡੀ ਖਾਤਰ ਦਿੱਤੀ ਹੈ, ਸਾਡੀ ਖਾਤਰ ਕੁਰਬਾਨੀ ਦਿੱਤੀ ਉਹਨਾਂ ਨੇ, ਸਾਰੇ ਸੰਸਾਰ ਦੀ ਖਾਤਰ ਕੁਰਬਾਨੀ ਦਿੱਤੀ ਹੈ। ਔਰ ਮੇਰੇ ਭੈਣੋ ਭਰਾਵੋ, ਉਹਨਾਂ ਨੇ ਆਪਣਾ ਪਵਿੱਤਰ ਪੱਗ ਲਹੂ ਦੇ ਕੇ ਸਾਨੂੰ ਮੁੱਲ ਖਰੀਦਿਆ ਹੈ। ਔਰ ਅਸੀਂ ਅੱਜ ਜਿੰਨੇ ਵੀ ਬਪਤਿਸਮਾ ਦਿੱਤੇ ਹੋਏ ਲੋਕ ਹਾਂ, ਅਸੀਂ ਉਹਦੇ ਪਵਿੱਤਰ ਪੱਗ ਲਹੂ ਦੇ ਖਰੀਦੇ ਹੋਏ ਬੱਚੇ ਹਾਂ, ਅਸੀਂ ਉਹਦੇ ਪਵਿੱਤਰ ਪੱਗ ਲਹੂ ਦੇ ਮੁੱਲ ਦਿੱਤੇ ਹੋਏ ਬੱਚੇ ਹਾਂ। ਹਾਲੇਲੂਇਆ। ਤਾਂ ਉਹ ਪੋਥੀ ਜਿਹੜਾ ਆ ਉਹ ਪੜ੍ਹ ਲਿਆ ਸੀ। ਇਹਨੂੰ ਬੇਟੀ ਆਪਾਂ ਪੂਰਾ ਕਰਨਾ ਵਾ 38 ਤੱਕ। ਤਾਂ ਉਸ ਖੋਜੀ ਨੇ ਅੱਗੋਂ ਫਿਲਿਪੁਸ ਨੂੰ ਆਖਿਆ, ਤਾਂ ਉਸ ਖੋਜੇ ਨੇ, ਜਿਹੜਾ ਰੱਬ ਦੇ ਉੱਤੇ ਚੜਿਆ ਰਾਜਾ, ਉਹਨੇ ਖੋਜੇ ਨੇ ਫਿਲਿਪੁਸ ਨੂੰ ਆਖਿਆ, ਪਰਮੇਸ਼ਰ ਦੇ ਦਾਸ ਨੂੰ ਆਖਿਆ, ਪ੍ਰਭੂ ਯਿਸੂ ਮਸੀਹ ਦੇ ਚੇਲੇ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ। ਕਹਿੰਦੇ ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ। ਭਈ ਨਬੀ ਕਿਹਦੀ ਗੱਲ ਕਰਦਾ ਹੈ? ਹਾਂਜੀ। ਭਈ ਨਬੀ ਕਿਹਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਜਣੇ ਦੀ? ਹੁਣ ਖੋਜਾ ਜਿਹੜਾ ਆ ਉਹ ਫਿਲਿਪਸ ਨੂੰ ਪੁੱਛਦਾ ਗਿਆ ਵਾ ਕਿ ਜਿਹੜਾ ਯਸ਼ਾਇਆ ਨਬੀ ਆ ਉਹ ਆਪਣੀ ਗੱਲ ਕਰਦਾ ਪਿਆ ਹੈ ਕਿ ਕਿਸੇ ਨਬੀ ਦੀ ਗੱਲ ਕਰ ਰਿਹਾ ਹੈ? ਹਾਂਜੀ ਅੱਗੇ ਜੀ। ਤਦ ਫਿਲਿਪੁਸ ਨੇ ਆਪਣਾ ਮੂੰਹ ਖੋਲਿਆ, ਫਿਲਿਪਸ ਨੇ ਆਪਣਾ ਮੂੰਹ ਖੋਲਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਉਹਨੇ ਕਰ ਦਿੱਤਾ। ਉੱਥੇ ਉਹਨਾਂ ਨੇ ਦੱਸਿਆ ਵੀ ਹੋਰ ਕੋਈ ਨਹੀਂ ਆ, ਨਾ ਯਸ਼ਾਇਆ ਨਬੀ ਆ, ਨਾ ਕੋਈ ਨਬੀ ਆ, ਇਹ ਪਰਮੇਸ਼ਰ ਦਾ ਪੁੱਤਰ ਆ, ਜਿਹੜਾ ਧਰਤੀ ਦੇ ਉੱਤੇ ਆ ਕੇ ਜਿਹਨੇ ਸਾਡੀ ਖਾਤਰ ਕੁਰਬਾਨੀ ਦਿੱਤੀ ਆ ਔਰ ਆਪਣਾ ਪਵਿੱਤਰ ਪੱਗ ਲਹੂ ਦੇ ਕੇ ਸਾਨੂੰ ਮੁੱਲ ਖਰੀਦਿਆ ਹੈ। ਹਾਲੇਲੂਇਆ। ਹਾਂਜੀ। ਅਤੇ ਉਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਅਪੜੇ। ਹਾਂ, ਹੁਣ ਜਦੋਂ ਉਹਨੇ ਵਚਨ ਸੁਣ ਲਿੱਤਾ ਖੋਜੇ ਨੇ, ਤਾਂ ਖੋਜੇ ਨੂੰ ਪਤਾ ਲੱਗ ਗਿਆ ਕਿ ਬਪਤਿਸਮਾ ਲੈਣ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਆ। ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਤੋਂ ਜਿਹੜਾ ਬਪਤਿਸਮਾ ਅਸੀਂ ਲੈਣਾ ਵਾ, ਜਿਹੜਾ ਇਹਨੇ ਪ੍ਰਚਾਰ ਕੀਤਾ ਹੈ, ਉਹਨੇ ਫਿਲਿਪੁਸ ਨੇ, ਸਾਨੂੰ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਆ। ਉਹਦੇ ਮਨ ਦੇ ਵਿੱਚ ਨੇਜਾ ਆ ਗਈ, ਵਿਸ਼ਵਾਸ ਆ ਗਿਆ, ਔਰ ਰਾਤ ਦੇ ਜਾਂਦੇ ਜਾਂਦੇ ਉਹਨੇ ਦੇਖਿਆ ਕਿ ਪਾਣੀ ਨਜ਼ਰ ਆ ਗਿਆ ਉਹਨੂੰ, ਔਰ ਪਾਣੀ ਨੂੰ ਵੇਖ ਕੇ ਤਾਂ ਉਹਨੇ ਕੀ ਕਿਹਾ? ਖੋਜੇ ਨੇ
खोजे ने फिलिप्पुस ਨੂੰ ਆਖਿਆ ਕਿ ਹੁਣ ਮੈਂ ਦੇਖਦਾ ਹਾਂ ਮੈਨੂੰ ਕੌਣ ਰੋਕੇਗਾ, ਕਿਹੜਾ ਰੋਕ ਸਕਦਾ ਹੈ ਮੈਨੂੰ ਬਪਤਿਸਮਾ ਲੈਣ ਤੋਂ। ਕਹਿੰਦਾ ਚੱਲ ਹੁਣੇ ਚੱਲ ਤੇ ਮੈਨੂੰ ਬਪਤਿਸਮਾ ਦੇ। ਹਾਲੇਲੂਇਆ। ਮੇਰੇ ਭੈਣੋ ਭਰਾਵੋ, ਤੁਹਾਨੂੰ ਮੈਂ ਦੱਸਾਂ ਇੱਥੇ ਇੱਕ ਵਚਨ ਲਿਖਿਆ ਆ, ਜਿਹੜੀ ਬੇਟੀ ਪੜ੍ਹੇਗੀ ਨਹੀਂ, ਜਿਹੜਾ ਰੋਕਣ ਵਾਲਾ ਉੱਥੇ ਲਿਖਿਆ ਹੈ। ਹਾਂਜੀ। ਅਤੇ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਅਪੜੇ, ਅਤੇ ਰਾਹ ਦੇ ਵਿੱਚ ਜਾਂਦੇ ਜਾਂਦੇ ਜਦੋਂ ਪਾਣੀ ਕੋਲ ਆਪੜ ਗਏ ਤਾਂ ਉਸ ਖੋਜੇ ਨੇ ਕਿਹਾ ਕਿ ਦੇਖ, ਇੱਕ ਉਹਨੇ ਖੋਜੇ ਨੇ ਕਿਹਾ ਦੇਖ ਪਾਣੀ ਹੈਗਾ, ਪਾਣੀ ਹੈਗਾ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ। ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਆ। ਤਦ ਉਸਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਰੱਥ ਖੜਾ ਕਰਨ ਦਾ ਹੁਕਮ ਦਿੱਤਾ। ਅਤੇ ਫਿਲਿਪੁਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਹਾਂ, ਫਿਲਿਪੁਸ ਅਤੇ ਖੋਜਾ ਪਾਣੀ ਵਿੱਚ ਉਤਰੇ ਅਤੇ ਉਹਨੇ ਉਸ ਨੂੰ ਬਪਤਿਸਮਾ ਦਿੱਤਾ। ਅਤੇ ਉਹਨਾਂ ਨੇ ਬਪਤਿਸਮਾ ਲੈ ਲਿਆ। ਹਾਲੇਲੂਇਆ। ਹਾਲੇਲੂਇਆ। ਮੇਰੇ ਭੈਣ ਭਰਾਵੋ, ਅੱਜ ਇੱਥੇ ਜਿਹੜੀ ਗੱਲ ਆਈ ਹੈ ਨਾ, ਇਹ ਗੱਲ ਆਈ ਆ ਕਿ ਮੇਰੇ ਭੈਣ ਭਰਾਵੋ, ਜਿਹੜੀ ਗੱਲ ਇਹ ਆਈ ਆ ਕਿ ਰੋਕਣ ਵਾਲੀ, ਕਿ ਕਿਹੜਾ ਮੈਨੂੰ ਰੋਕ ਸਕਦਾ ਹੈ। ਮੇਰੇ ਭੈਣ ਭਰਾਵੋ, ਜਿਸ ਧਰਤੀ ਦੇ ਉੱਤੇ ਨਜਾਇ ਤਾਕਤ ਹੈ, ਸ਼ੈਤਾਨੀ ਤਾਕਤ ਹੈ। ਜਦੋਂ ਤੁਸੀਂ ਬਪਤਿਸਮਾ ਲੈਣ ਦੀ ਗੱਲ ਕਰੋਗੇ, ਪਰਮੇਸ਼ਰ ਦੇ ਘਰ ਵਿੱਚ ਜਾਣ ਦੀ ਗੱਲ ਕਰੋਗੇ, ਤੁਹਾਨੂੰ ਰੋਕੇਗਾ, ਉਹ ਸ਼ੈਤਾਨ ਰੋਕੇਗਾ, ਉਹ ਦੁਸ਼ਟ ਆਤਮਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇਗੀ, ਤੁਹਾਨੂੰ ਬਪਤਿਸਮਾ ਲੈਣ ਨਹੀਂ ਦੇਗੀ, ਉਹ ਤੁਹਾਨੂੰ ਬਪਤਿਸਮਾ ਲੈਣ ਨਹੀਂ ਦੇਵੇਗੀ। ਮੈਂ ਖੁਦ ਦੇਖਿਆ ਇਸ ਜਗ੍ਹਾ ਦੇ ਕੁਝ ਮੈਂਬਰ ਆ, ਜਦੋਂ ਨਵੇਂ ਨਵੇਂ ਆਏ ਤੇ ਸ਼ੈਤਾਨ ਉਹਨਾਂ ਨੂੰ ਰੋਕਦਾ ਹੈ ਕਿ ਮੈਂ ਤੁਹਾਨੂੰ ਬਪਤਿਸਮਾ ਨਹੀਂ ਲੈਣ ਦੇਣਾ। ਪਰ ਉਸੇ ਟਾਈਮ ਜਿਸ ਜਗ੍ਹਾ ਤੇ ਅਸੀਂ ਬਪਤਿਸਮਾ ਦੇ ਰਹੇ, ਪ੍ਰਾਰਥਨਾ ਕਰਕੇ ਉਹਨੂੰ ਕਿਹਾ ਕਿ ਤੂੰ ਰੋਕ ਨਹੀਂ ਸਕਦਾ, ਹੁਣ ਤੂੰ ਰੋਕ ਨਹੀਂ ਸਕਦਾ, ਜਿਹੜਾ ਬਪਤਿਸਮਾ ਬੱਚਾ ਲੈ ਰਿਹਾ ਤੂੰ ਰੋਕ ਨਹੀਂ ਸਕਦਾ। ਮੇਰੇ ਭੈਣ ਭਰਾਵੋ, ਅੱਜ ਜਿਹੜੇ ਭੈਣ ਭਾਈ ਕਹਿੰਦੇ ਆ ਕਿ 6 ਮਹੀਨੇ ਰੋਕ ਕੇ ਲਵਾਂਗੇ ਬਪਤਿਸਮਾ, ਸਾਲ ਬਾਅਦ ਲਵਾਂਗੇ ਜਾਂ 2 ਸਾਲ ਬਾਅਦ ਲਵਾਂਗੇ, ਉਹਨਾਂ ਨੂੰ ਕੋਈ ਤਾਕਤ ਰੋਕਦੀ ਪਈ ਆ। ਉਹਨਾਂ ਦੀ ਖੁਦ ਦੇ ਉੱਤੇ ਕਬਜ਼ਾ ਕਰਕੇ ਬੈਠੀ ਹੈ ਤਾਕਤ, ਉਹ ਰੋਕਦੀ ਪਈ ਆ ਕਿ ਤੂੰ ਬਪਤਿਸਮਾ ਨਾ ਲਈ। ਉਹਨੂੰ ਰੋਕਦੀ ਵੀ ਆ ਨੈਗੇਟਿਵ ਪਾਵਰ ਕਿ ਤੂੰ ਬਪਤਿਸਮਾ ਨਾ ਲਵੀਂ। ਮੇਰੇ ਭੈਣ ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ, ਪਵਿੱਤਰ ਬਾਈਬਲ ਕਲੀਅਰ ਕਰ ਰਿਹਾ ਹੈ ਕਿ ਸਾਰਾ ਆਕਾਸ਼ ਤੇ ਧਰਤੀ ਦਾ ਸਾਰਾ ਇਖਤਿਆਰ ਪ੍ਰਭੂ ਯਿਸੂ ਮਸੀਹ ਨੂੰ ਦਿੱਤਾ ਗਿਆ ਹੈ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ, ਮਤੀ ਦੀ ਪੁਸਤਕ 28 ਬਾਬ ਉਹਦੀ 18 ਵਿੱਚ ਲਿਖਿਆ ਹੈ। ਹਾਂਜੀ, ਦੇਖਦੇ ਹਾਂ, ਜਦੋਂ ਪ੍ਰਭੂ ਯਿਸੂ ਮਸੀਹ ਮਾਰੇ ਗਏ, ਦਫਨਾਏ ਗਏ ਤੇ ਤੀਸਰੇ ਦਿਹਾੜੇ ਮੋਢਿਆਂ ਤੇ ਜਦੋਂ ਜੀ ਉੱਠੇ ਤਾਂ ਆਪਣੇ ਚੇਲਿਆਂ ਦੇ ਕੋਲ ਆਏ, ਤਾਂ ਚੇਲਿਆਂ ਦੇ ਨਾਲ ਗੱਲਬਾਤ ਹੋਈ, ਤੇ ਚੇਲਿਆਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉੱਥੇ ਕੀ ਕਹਿ ਰਹੇ ਆ। ਹਾਂਜੀ, ਕੀ ਕਹਿ ਰਹੇ? ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਹਾਂ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਹਾਂ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਲੈਣਾ ਹੈ ਜੀ। ਅੱਜ ਧਰਤੀ ਦੇ ਉੱਤੇ ਬਹੁਤ ਸਾਰੇ ਬਪਤਿਸਮੇ ਹੁੰਦੇ ਪਏ ਆ, ਪਰ ਕਈ ਤਰ੍ਹਾਂ ਦੇ ਰਿਹਾ, ਕੋਈ ਕਈ ਤਰ੍ਹਾਂ ਦੇ ਰਿਹਾ, ਕੋਈ ਕਈ ਤਰ੍ਹਾਂ ਦੇ ਰਿਹਾ। ਚਰਚਾਂ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੀ ਚਰਚ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਿੰਦਾ, ਕੋਈ ਕਿਸੇ ਤਰ੍ਹਾਂ, ਪਰ ਇੱਥੇ ਲਿਖਿਆ ਵਾ ਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਲੈਣਾ ਹੈ ਤੁਸੀਂ। ਹਾਂਜੀ, ਔਰ ਉਹਨਾਂ ਨੂੰ ਸਿਖਾਓ, ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ, ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਪਰਮੇਸ਼ਰ ਪ੍ਰਭੂ ਯਿਸੂ ਨੇ ਜੋ ਹੁਕਮ ਦਿੱਤਾ ਹੈ, ਅਤੇ ਉਹਨਾਂ ਲੋਕਾਂ ਨੂੰ ਵੀ ਸਿਖਾਓ ਜੋ ਮੈਂ ਤੁਹਾਨੂੰ ਹੁਕਮ ਦਿੱਤੇ ਆ। ਜਿਨ੍ਹਾਂ ਦੇ ਕੋਲ ਜਾਂਦੇ ਹੋ ਭੈਣਾਂ ਭਰਾਵਾਂ ਦੇ ਕੋਲ, ਉਹਨਾਂ ਨੂੰ ਵੀ ਜਾ ਕੇ ਸਿਖਾਓ ਉਹਨਾਂ ਹੁਕਮਾਂ ਬਾਰੇ। ਹਾਂਜੀ, ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਅਸੀਂ ਕਹਿੰਦਾ ਵੀ ਮੈਂ ਇਸ ਯੁੱਗ ਦੇ ਅੰਤ ਤੱਕ ਮੈਂ ਹਰ ਵੇਲੇ ਤੁਹਾਡੇ ਨਾਲ ਹਾਂ। ਹਾਲੇਲੂਇਆ। ਪ੍ਰਭੂ ਯਿਸੂ ਜੀ ਸਾਡੇ ਨਾਲ ਆ। ਔਰ ਅਸੀਂ 17 ਦੇਖ ਲੈਂਦੇ ਹਾਂ ਜੀ, 17 ਉੱਥੇ ਲਿਖਿਆ ਆ ਪ੍ਰਭੂ ਯਿਸੂ ਜੀ ਕੀ ਕਹਿੰਦੇ ਪਏ ਆ, ਆਕਾਸ਼ ਤੇ ਧਰਤੀ ਦਾ ਸਾਰਾ ਪਿਆਰ ਮੈਨੂੰ ਦਿੱਤਾ ਗਿਆ। ਹਾਂਜੀ, ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ। ਆਪਣੇ ਚੇਲਿਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਕੀ ਕਿਹਾ? ਆਕਾਸ਼
ਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਪ੍ਰਭੂ ਯਿਸੂ ਮਸੀਹ ਨੂੰ ਦਿੱਤਾ ਗਿਆ ਹੈ ਮੇਰੇ ਭੈਣ ਭਰਾਵੋ। ਇਸ ਕਰਕੇ ਜਿੰਨੇ ਵੀ ਮੇਰੇ ਭੈਣ ਭਾਈ ਇਸ ਵਚਨ ਨੂੰ ਸੁਣ ਰਹੇ ਨੇ, ਚਾਹੇ ਆਨਲਾਈਨ ਇਸ ਟਾਈਮ ਸੁਣ ਰਹੇ ਨੇ ਜਾਂ ਬਾਅਦ ਵਿੱਚ ਸੁਣਨਗੇ, ਜਾਂ ਇਸ ਟਾਈਮ ਜਿਨ੍ਹਾਂ ਨੇ ਸੁਣ ਲਿਆ ਹੈ, ਯਾਦ ਰੱਖੋ ਆਕਾਸ਼ ਤੇ ਧਰਤੀ ਦਾ ਸਾਰਾ ਇਖਤਿਆਰ ਪ੍ਰਭੂ ਯਿਸੂ ਮਸੀਹ ਦੇ ਕੋਲ ਹੈ। ਜੇਕਰ ਤੁਸੀਂ ਨਿਸ਼ਚਾ ਕਰਦੇ ਹੋ, ਵਿਸ਼ਵਾਸ ਕਰਦੇ ਹੋ, ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿੱਤਾ ਉਹ ਆਪਣਾ ਮਨ ਬਣਾ ਲੈਣ, ਮਨ ਫਰਾ ਲੈਣ, ਪਾਪਾਂ ਨੂੰ ਛੱਡ ਦੇਣ, ਗੁਨਾਹਾਂ ਨੂੰ ਛੱਡ ਦੇਣ, ਮਾੜੇ ਕੰਮਾਂ ਨੂੰ ਛੱਡ ਦੇਣ ਔਰ ਪ੍ਰਭੂ ਯਿਸੂ ਦੇ ਨਾਮ ਦਾ ਬਪਤਿਸਮਾ ਲੈ ਲੈਣ। ਮੈਂ ਕਹਿੰਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਪਾਓਗੇ, ਸਕੂਨ ਪਾਓਗੇ, ਆਰਾਮ ਪਾਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ। ਖੁਦਾਵੰਦ ਇਸ ਵਚਨ ਦੇ ਰਾਹੀਂ ਤੁਹਾਨੂੰ ਬਹੁਤ ਸਾਰੀ ਬਰਕਤ ਹੈ। ਮੈਂ ਵਿਸ਼ਵਾਸ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਵਚਨ ਨੂੰ ਸੁਣਿਆ ਹੈ ਤੇ ਮੰਨ ਲਿਆ ਹੈ, ਉਹ ਸੱਚਮੁੱਚ ਉਹ ਆਸ਼ੀਸ਼ ਪਾ ਚੁੱਕੇ ਨੇ, ਬਰਕਤ ਪਾ ਚੁੱਕੇ ਨੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਸਾਰਿਆਂ ਨੂੰ ਸ਼ੈਤਾਨਾਂ ਨੂੰ ਮਿੱਟੀ ਦੇ ਪਿਆਰ ਭਰੀ ਜਾਏ, ਬਸ ਇਹ ਕਬੂਲ ਕਰੋ। ਆਓ ਜੀ, ਅਸੀਂ ਹੁਣ ਪ੍ਰਾਰਥਨਾ ਕਰਦੇ हैं। जिन्हें भी ऑनलाइन है, जिन्हें भी बैठे हुए अखा बंद करो और पैर अपनी सिरों को ढक लो। प्रार्थना करने तो पहले असीं तेल ते पानी वास्ते प्रार्थना करांगे। खुदावन प्रभु यीशु मसीह जिन्हें भी भैन भाई तेल ते पानी लैके बैठे हुए हैं, चाहे ऑनलाइन है चाहे बैठे हुए, खुदावन असीं प्रार्थना करते हैं, विश्वास करते हैं परमेश्वर ਤੁਸੀਂ स्वर्ग ਦੇ ਵਿੱਚੋਂ ਇਸ ਧਰਤੀ ਤੇ ਸਾਡੀ ਖਾਤਰ ਆਏ ਔਰ ਸਾਡੀ ਖਾਤਰ ਤੁਸੀਂ ਕੁਰਬਾਨੀ ਦਿੱਤੀ ਔਰ ਆਪਣਾ ਪਵਿੱਤਰ ਪੱਕ ਲਹੂ ਦੇ ਕੇ ਸਾਨੂੰ ਮੁੱਲ ਖਰੀਦਿਆ। ਅੱਜ ਵਹੀ ਪਵਿੱਤਰ ਪੱਕ ਲਹੂ ਅਸੀਂ ਜਲ ਤੇ ਤੇਲ ਚ ਮਿਲਾ ਦਿੰਦੇ ਹਾਂ। ਵਿਸ਼ਵਾਸ ਕਰਦੇ ਹਾਂ ਜਲ ਤੇ ਤੇਲ ਹੀ ਰਹਿ ਗਏ, ਤੁਹਾਡਾ ਪਵਿੱਤਰ ਪੱਕ ਲਹੂ ਬਣ ਚੁੱਕਾ ਹੈ। ਜਦੋਂ ਬੱਚੇ ਪੂਰੀ ਨਿਸ਼ਚਾ ਵਿਸ਼ਵਾਸ ਨਾਲ ਇਸਤੇਮਾਲ ਕਰਨਗੇ, ਹਰ ਤਰ੍ਹਾਂ ਦੀ ਦਰਦ, ਦੁੱਖ, ਬਿਮਾਰੀ, ਬਲਾ, ਪਰੇਸ਼ਾਨੀ, ਟੈਨਸ਼ਨ, ਹਰ ਤਰ੍ਹਾਂ ਦਾ ਰੋਗ, ਕੀਤਾ ਕਲਾਸ਼, ਕਾਲੀ ਤਾਕਤਾਂ, ਗਿਲਟੀ, ਮੋਗਾ, ਖਾਰਿਜ, ਅੱਖਾਂ ਦੀ ਕਮਜ਼ੋਰੀ, ਗੁੰਗਾਪਨ, ਬੋਲਾਪਨ, ਪੇਟ ਦੇ ਸਾਰੇ ਰੋਗ ਪ੍ਰਭੂ ਯਿਸੂ ਦੇ ਪਵਿੱਤਰ ਪਾਕ ਲਹੂ ਨੂੰ ਯੂਜ਼ ਕਰਨ ਦੇ ਨਾਲ ਚਲੇ ਜਾਣਗੇ। ਅਸੀਂ ਵਿਸ਼ਵਾਸ ਕਰਦੇ ਹਾਂ ਔਰ ਤੁਸੀਂ ਵੀ ਵਿਸ਼ਵਾਸ ਕਰੋ। ਆਮੀਨ, ਹਾਲੇਲੂਇਆ। ਔਰ ਆਓ ਅਸੀਂ ਬਰਕਤ ਦਾ ਕਲਮਾ ਪੜ੍ਹਦੇ ਹਾਂ। ਪਹਿਲੇ ਪ੍ਰਾਰਥਨਾ ਕਰਾਂਗੇ ਬਰਕਤ ਦੇ ਕਲਮਾ ਤੋਂ। ਖੁਦਾਵੰਦ ਤੇਰੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ जिन्हें भी ऑनलाइन देख रहे हैं, जिन्हें भी बैठे हुए बहन भाई, मैं प्रार्थना करता खुदावंद इस टाइम जिन्हें भी बीमार है प्रभु यीशु तेरा आत्मा नाल छूले खुदावंद तेरा आत्मा छूए और इससे टाइम छू लवे और हर एक दर्द, दुख, बीमारी, हर तरह की शैतानी ताकत यीशु मसीह के नाम से चली जाए और दोबारा वापस ना आए। मैं विश्वास करता जीसस तुसी मेरी प्रार्थना में सुन रहे हो, कबूल कर रहे हो। मैं तेरा धन्यवाद करता हूँ प्रभु, तेरी बढ़ियाई, तेरी तारीफ करता हूँ और तेरी जयकार करता हूँ प्रभु और तेरी जिंदा, तेरी सामर्थ्य नाम मांगता। आमीन, हालेलुया। खुदावंद का बहुत सारी बरकत है। गुड